along with me right now, Dr. Swinder Singh, but he's from California, San Francisco. He got his PhD from University of California and professor and chairman of the Department of Civil Engineering in Berkeley. Okay, in 1983, Dr. Swinder Singh published the first ever Punjabi newspaper also. In 2002, he ran for office congressman in Modesto area of California. He also the first president of North America Akali Dal. ਇਹਦਾ ਇਸ਼ੂ ਹੈਗਾ ਬਈ ਇਸ ਵੇਲੇ ਜੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਾਲ ਅੰਦੋਲਨ ਚੱਲ ਰਿਹਾ ਹੈਗਾ ਜ਼ਿਮੀਂਦਾਰ ਬਹੁਤ ਇਨਵੋਲਵ ਨੇ they are pressing hard in whichever way by stopping Punjab's function, railway, roads, even other functions, and then trying to press upon the center to listen to them. Center Modi, they are stubborn. This is what they say. Okay, they never see any gal manani. ਇੱਕ ਡੈਲੀਗੇਸ਼ਨ ਗਿਆ ਸੀ ਉਹ ਕਹਿੰਦੇ ਵੈਸੇ ਮੁੜਿਆ ਇੱਕ ਕੱਲਾ ਸੈਕਟਰੀ ਸੀਗਾ ਸੋ ਕਹਿੰਦਾ ਡੈਡਲਾਕ ਤੇ ਖੜੀ ਚੀਜ਼ ਇਹਦਾ ਹੱਲ ਕੀ ਹੈਗਾ ਕੁਝ ਨਹੀਂ ਕਹਿ ਸਕਦੇ ਮੇਰੇ ਦਿਮਾਗ 'ਚ ਇੱਕ ਬਾਰ-ਬਾਰ ਇਹੀ ਆ ਜਾਂਦੀ ਹੈ ਵੀ ਜ਼ਿਮੀਂਦਾਰਾਂ ਨੇ ਪੰਜਾਬ ਨੂੰ ਠੱਪ ਕਰਕੇ ਬੰਦ ਕਰਕੇ ਸਭ ਕੁਝ ਕਰਕੇ ਕਹਾ ਕੇ ਆਪਣੇ ਪੈਰੀਂ ਆਪ ਹੀ ਘੋੜਾ ਮਾਰੀ ਜਾਂਦੇ ਨੇ ਨੁਕਸਾਨ ਇਹਨਾਂ ਦਾ ਹੋਈ ਜਾ ਰਿਹਾ ਕਿ ਉਹ ਐਸੀ ਚੀਜ਼ ਸੋਚ ਸਕਦੇ ਸਨ ਜਿਹਦੇ ਨਾਲ ਕਿ ਲੈਵਰੇਜ ਦੇ ਹੱਥ 'ਚ ਹੋਵੇ ਤੇ ਸੈਂਟਰ ਨੂੰ ਫੋਰਸ ਕਰ ਸਕਣ ਜਿਹਦੇ ਨਾਲ ਸੈਂਟਰ ਨੂੰ ਕੋਈ ਨੁਕਸਾਨ ਹੋਵੇ ਜੇ ਸੈਂਟਰ ਨੂੰ ਕੋਈ ਧੱਕਾ ਲੱਗੇ ਕਿਸੇ ਗੱਲ ਦਾ ਤਾਂ ਜੋ ਉਹ ਫੀਲ ਕਰਨ ਪੇਨ ਤੇ ਲਿਸਨ ਕਰਨ ਸਾਨੂੰ ਐਸੀ ਕੋਈ ਚੀਜ਼ ਸਟ੍ਰੈਟਜੀ ਅਡਾਪਟ ਨਹੀਂ ਕੀਤੀ ਗਈ ਆਈ ਹੋਪ what are the strategy they are following it'll bring results hopefully ਕਿਉਂਕਿ ਲੱਗਦਾ ਹੈ ਵੀ all across India ਇਹਨਾਂ ਦਾ ਇਕੱਠ ਹੋ ਰਿਹਾ ਤੇ ਪੰਜ ਨੂੰ ਕਰਨਗੇ ਤੇ ਲੱਗਦਾ ਹੈਗਾ ਇਹਦਾ ਪ੍ਰੈਸ਼ਰ ਜਨਰੇਟ ਹੋਏਗਾ as well as the deadlock continue kar raha hai God knows where it will go. That's my take on it. Daljit Singh ji, we have a lot of questions here. I know where is the Congress is standing there. So what do you think about that right now? What kind of situation they are, farmers? मैं सब तो पहले शुरू करन तो पहले थोड़ी जी बैकग्राउंड ते जाना चाहते हैं कि ये पंजाब और ਥੋੜਾ ਹਰਿਆਣੇ 'ਚ ਕਿਉਂ ਐਜੀਟੇਸ਼ਨ ਇੰਨਾ ਪ੍ਰਵੋਕ ਹੋਇਆ ਔਰ ਇੰਨਾ ਡੈਂਸਲੀ ਇਹਨੂੰ ਐਜੀਟੇਟ ਕੀਤਾ ਜਾ ਰਿਹਾ ਰੀਜ਼ਨ ਹੈ ਕਿ ਪੰਜਾਬ 'ਚ ਜਦੋਂ ਹਿੰਦੁਸਤਾਨ ਦੀ ਪਾਪੂਲੇਸ਼ਨ ਨੂੰ ਜਾਂ ਪੂਰੀ ਮੁਲਕ ਦੇ ਲੋਕਾਂ ਨੂੰ ਜਦੋਂ ਅਨਾਜ ਦੀ ਲੋੜ ਸੀ ਤੇ ਪੰਜਾਬ ਔਰ ਹਰਿਆਣਾ ਔਰ ਵੈਸਟਰਨ ਯੂਪੀ ਨੇ ਗ੍ਰੀਨ ਰੈਵੋਲੂਸ਼ਨ ਸ਼ੁਰੂ ਕੀਤਾ ਸੀ 1960s ਦੇ ਵਿੱਚ ਉਹ 60s ਦੇ ਵਿੱਚੋਂ ਲੈ ਕੇ ਮੰਡੀ ਸਿਸਟਮ ਸਾਡਾ ਡਿਵੈਲਪ ਹੋਇਆ ਸੀ ਔਰ ਮੰਡੀ ਸਿਰਫ ਅਸੀਂ 60-70 ਸਾਲ ਲਾ ਕੇ ਇੱਕ ਮੰਡੀ ਸਿਸਟਮ ਖੜਾ ਕੀਤਾ ਪੰਜਾਬ ਔਰ ਹਰਿਆਣਾ ਨੇ ਇਹੀ ਕਾਰਨ ਹੈ ਕਿ ਅੱਜ ਵੀ ਸਭ ਤੋਂ ਜ਼ਿਆਦਾ ਜਿਹੜੀ ਹੈ ਉੱਥੇ ਦੀ ਪ੍ਰੋਕਿਉਰਮੈਂਟ ਹੈ ਅਨਾਜ ਦੀ ਉਹ ਪੰਜਾਬ ਤੇ ਹਰਿਆਣਾ 'ਚ ਹੁੰਦੀ ਕਿਉਂਕਿ ਉਹਨਾਂ ਦਾ ਇਨਫਰਾਸਟ੍ਰਕਚਰ ਹੈ FCI ਉੱਥੇ ਪ੍ਰੋਕਿਉਰ ਕਰਦੀ ਹੈ ਜਿੱਥੇ ਇਨਫਰਾਸਟ੍ਰਕਚਰ ਹੁੰਦਾ ਅੱਜ ਇਹਨਾਂ ਨੇ ਕੀ ਕੀਤਾ ਸਿਸਟਮ ਨੂੰ ਕੋਲੈਪਸ ਕਰਨ ਦੀ ਸਿਚੁਏਸ਼ਨ ਜਿਹੜੀ ਸੀ 70 ਸਾਲ 'ਚ ਸਿਸਟਮ ਖੜਾ ਕੀਤਾ ਉਹਨੂੰ ਕੋਲੈਪਸ ਕਰਨ ਦੀ ਸਟੇਜ ਤੇ ਲਿਆ ਤੇ ਇੱਕਦਮ ਕਾਰਪੋਰੇਟ ਹਾਊਸਿਸ ਨੂੰ ਉੱਥੇ ਐਂਟਰ ਕਰ ਦਿੱਤਾ ਗਿਆ ਜਿਹਦੇ ਕਰਕੇ ਐਜੀਟੇਸ਼ਨ ਪੰਜਾਬ ਨੇ ਸ਼ੁਰੂ ਹੋਇਆ ਔਰ ਹਰਿਆਣੇ ਤੱਕ ਔਰ ਹਰਿਆਣੇ ਤੋਂ ਹੁਣ ਅੱਗੇ ਹੋਰ ਬੜੀ ਸਟੇਟਾਂ 'ਚ ਜਾ ਰਿਹਾ ਵੈਸਟਰਨ ਯੂਪੀ ਕੇਰਲਾ ਮੱਧ ਪ੍ਰਦੇਸ਼ ਔਰ ਕੁਝ ਹਿੱਸੇ ਬਿਹਾਰ 'ਚ ਵੀ ਔਰ ਬੰਗਾਲ 'ਚ ਵੀ ਜਾ ਰਿਹਾ ਇਹ ਐਜੀਟੇਸ਼ਨ ਪੰਜਾਬ ਦੇ ਕਰਨ ਦਾ ਰੋਲ ਇਸ ਕਰਕੇ ਜ਼ਿਆਦਾ ਪ੍ਰੋਵੋਕਿੰਗ ਸੀ ਸਭ ਤੋਂ ਜ਼ਿਆਦਾ ਡਿਪੈਂਡੈਂਸੀ ਜਿਹੜੀ MSP ਤੇ ਉਹ ਪੰਜਾਬ ਤੇ ਹਰਿਆਣੇ ਦੀ ਹੈ ਹਰਿਆਣੇ 'ਚ ਸਰਕਾਰ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇੱਥੇ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਇਸ ਕਰਕੇ ਜ਼ਿਆਦਾ ਹਾਈਲਾਈਟ ਹੋ ਰਿਹਾ ਪੰਜਾਬ ਦਾ ਦੂਸਰਾ ਇਹਨੂੰ ਹੋਰ ਮੈਨੂੰ ਲੱਗਦਾ ਨਹੀਂ ਮੈਂ ਬੀਇੰਗ ਅ ਕਿਸਾਨ ਨਹੀਂ ਮੈਂ ਇੱਕ ਕਿਸਾਨ ਦਾ ਪੁੱਤ ਵੀ ਹਾਂ ਮੈਨੂੰ ਲੱਗਦਾ ਕਿ ਪੰਜਾਬ ਇਹ ਡੈਡਲੌਕ ਸਟੇਟ ਸੀ ਇਹਦੇ ਕੋਲ ਲਿਮਿਟਿਡ ਆਪਸ਼ਨ ਸੀ ਕਿਸਾਨ ਕੋਲ ਜਾਂ ਤੇ ਉਹ ਰੇਲ ਰੋਕ ਸਕਦਾ ਸੀ ਜਾਂ ਸੜਕ ਰੋਕ ਸਕਦਾ ਸੀ ਜਾਂ ਜਿੰਨੇ ਵੀ ਗਵਰਨਮੈਂਟ ਦੇ ਬਿਜ਼ਨੈਸਿਸ ਨੇ ਜਾਂ ਜਿੱਥੋਂ ਰੈਵਨਿਊ ਜਨਰੇਟ ਹੁੰਦਾ ਪ੍ਰਾਈਵੇਟ ਹਾਊਸਿਸ ਨੂੰ ਕਾਰਪੋਰੇਟ ਹਾਊਸਿਸ ਨੂੰ ਉਹਨੂੰ ਰੋਕ ਸਕਦਾ ਸੀ ਕਿਸਾਨ ਨੇ ਸੜਕ ਖੋਲਤੀ ਸੜਕ ਕੋਈ ਬਲੌਕ ਨਹੀਂ ਕੀਤੀ ਸਿਰਫ ਜਿੱਥੇ ਰੈਵਨਿਊ ਜਨਰੇਟ ਹੁੰਦਾ ਟੋਲ ਤੇ ਉੱਥੇ ਬੈਠੇ ਨੇ ਸੈਕਿੰਡ ਹੁਣ ਟ੍ਰੇਨ ਦਾ ਰਸਤਾ ਵੀ ਖੋਲ ਦਿੱਤਾ ਗਿਆ ਔਰ ਕਾਰਪੋਰੇਟ ਹਾਊਸਿਸ ਦੇ ਜਿੱਥੇ ਬਿਜ਼ਨੈਸਿਸ ਨੇ ਕਾਰਪੋਰੇਟ ਸੈਕਟਰ ਦੇ ਜਿਵੇਂ ਪੈਟਰੋਲ ਪੰਪ ਨੇ ਜਾਂ ਟੋਲ ਨੇ ਸਿਰਫ ਉੱਥੇ ਬੈਠੇ ਨੇ ਔਰ ਜਾਂ ਉਹਨਾਂ ਦੀ ਜਿਹੜੇ ਪ੍ਰਾਈਵੇਟ ਪਲਾਂਟਸ ਨੇ ਉਹਨਾਂ ਦੀ ਟ੍ਰੇਨ ਜਿਹੜੀਆਂ ਰੇਲ ਟ੍ਰੇਨਸ ਨੇ ਉਹਨਾਂ ਤੇ ਬੈਠੇ ਨੇ ਅਦਰਵਾਈਜ਼ ਮੋਸਟਲੀ ਇਨ ਐਂਡ ਆਊਟ ਬਿਜ਼ਨਸ ਪੰਜਾਬ 'ਚ ਹੋ ਰਿਹਾ ਹਾਂ ਹੁਣ ਕੀ ਹੋ ਰਿਹਾ ਕਿ ਜੀ ਸੈਂਟਰ ਗਵਰਨਮੈਂਟ ਪੰਜਾਬ ਔਰ ਸਟੇਟ ਔਰ ਕਿਸਾਨ ਨੂੰ ਬਲੈਕਮੇਲ ਕਰਨ ਲਈ ਜਿਹੜੀਆਂ ਟ੍ਰੇਨਸ ਨੂੰ ਰੋਕਿਆ ਜਾ ਰਿਹਾ
ਹੁਣ ਤਾਂ ਕੋਈ ਬਹਾਨਾ ਹੀ ਨਹੀਂ ਹੈਗਾ। ਜਦ ਸਟੇਟ ਵੀ ਅਸ਼ੋਰਟੀ ਦੇ ਰਹੀ ਹੈ ਕਿ ਅਸੀਂ ਇਸ ਚੀਜ਼ ਦੀ ਅਸ਼ੋਰ ਕਰਦੇ ਹਾਂ ਕਿ ਕੋਈ ਉੱਚ ਸਿਕਿਉਰਿਟੀ ਲੈਪਸ ਨਹੀਂ ਹੋਊਗਾ। ਯੂ ਸ਼ੁੱਡ ਮੂਵ ਦਾ ਗੁੱਡਸ ਨੇ ਜਿਹੜੀਆਂ ਇਸ ਟਾਈਮ ਕਿਸਾਨ ਨੂੰ ਚਾਹੀਦੀਆਂ ਜਾਂ ਪੰਜਾਬ ਦੇ ਲੋਕਾਂ ਨੂੰ ਚਾਹੀਦੀਆਂ, ਜਾਂ ਆਰਡਰ ਪਲੇਸ ਕਰਨੇ ਨੇ ਪੰਜਾਬ ਦੀ ਇੰਡਸਟਰੀ ਨੇ ਆਊਟ ਆਫ ਦਾ ਅਦਰ ਸਟੇਟਸ, ਉਹਨੂੰ ਮੂਵਮੈਂਟ ਕੀਤੀ ਜਾਵੇ। ਹੁਣ ਜਿੱਦ ਚ ਆ ਕੇ ਮੋਦੀ ਸਰਕਾਰ, ਕਿਉਂਕਿ ਉਹਨੂੰ ਲੱਗਾ ਸੀ ਕਿ 2% ਪੰਜਾਬੀ ਨੇ, ਕਿ 2% ਪੰਜਾਬੀ ਨੂੰ ਅਸੀਂ ਜਦੋਂ ਮਰਜ਼ੀ ਦਬਾ ਸਕਦੇ ਹਾਂ। ਸੈਕੰਡਲੀ ਉਹ 13 ਸੀਟਾਂ ਸਮਝਦੇ ਨੇ, 13 ਸੀਟਾਂ 500 550 ਸੀਟਾਂ ਵਿੱਚ ਰੈਲੇਵੈਂਸ ਮੈਨੂੰ ਲੱਗਦਾ ਨਹੀਂ ਜ਼ਿਆਦਾ ਵੱਡੀਆਂ ਰੱਖਦੀਆਂ, ਇਸ ਕਰਕੇ ਉਹਨਾਂ ਨੇ ਪਰਵਾਹ ਨਹੀਂ ਕੀਤੀ। ਪਰ ਉਹ ਸ਼ਾਇਦ ਉਹ ਭੁੱਲ ਗਏ ਕਿ ਇਹੀ 2% ਲੋਕ ਨੇ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਈਨ ਨਹੀਂ ਮੰਨੀ ਸੀ। ਇਹੀ 2% ਲੋਕ ਨੇ ਜਿਨ੍ਹਾਂ ਨੇ 50% ਆਜ਼ਾਦੀ 'ਚ ਆਪਣੀ ਹਿੱਸੇਦਾਰੀ ਪਾਈ। ਇਹੀ 80% ਸ਼ਹੀਦੀ ਦਿੱਤੀਆਂ ਪੰਜਾਬ ਦੀ ਹਿੰਦੁਸਤਾਨ ਦੀ ਇੰਡੀਪੈਂਡੈਂਸ ਮੂਵਮੈਂਟ ਵਿੱਚ। ਇਹੀ 2% ਲੋਕ ਸੀ ਜਿਨ੍ਹਾਂ ਨੇ 50% ਪੰਜਾਬ ਮੁਲਕ ਦੇ ਲੋਕਾਂ ਦਾ ਢਿੱਡ ਭਰਿਆ। ਇਹ ਜਿਹੜੀ ਕੌਮ, ਜਿਹੜੀ ਸਾਡੀ ਸਿੱਖ ਕੌਮ ਜਾਂ ਪੰਜਾਬੀਅਤ ਇਹ ਸੰਘਰਸ਼ ਚੋਂ ਨਿਕਲੀ ਹੈ, ਤੇ ਸੰਘਰਸ਼ ਹੀ ਸਾਡਾ ਗਹਿਣਾ ਹੈ। ਜੋ ਸਾਡੇ ਯੂਥ ਤੇ ਅੱਜ ਪੰਜਾਬ ਦੇ ਯੂਥ ਤੇ ਕਲੰਕ ਲਾਇਆ ਜਾ ਰਿਹਾ ਸੀ ਕਿ ਨਸ਼ੇੜੀ ਹੋ ਗਿਆ ਹੈ, ਨਸ਼ਾ ਕਰ ਰਿਹਾ ਹੈ, ਉਹਦੇ ਕੋਲ ਆਪਣੀ ਸਮਝ ਨਹੀਂ ਕਿ ਉਹਨੇ ਕੈਰੀਅਰ 'ਚ ਕਰਨਾ ਕੀ ਹੈ। ਮੈਨੂੰ ਲੱਗਦਾ ਇਹ ਮੂਵਮੈਂਟ ਨੇ ਪੰਜਾਬ ਦੇ ਜਿੱਥੇ ਕਿਸਾਨ ਨੂੰ ਇੱਕ ਸੰਘਰਸ਼ ਦੇ ਰਸਤੇ ਤੇ ਪਾਇਆ, ਉੱਥੇ ਪੰਜਾਬ ਦੇ ਯੂਥ ਨੂੰ ਵੀ ਇੱਕ ਰਸਤਾ ਦਿਖਾਇਆ ਕਿ ਜਦੋਂ ਵੀ ਔਖਾ ਟਾਈਮ ਆਇਆ, ਪੰਜਾਬ ਦੇ ਯੂਥ ਨੇ ਅੱਗੇ ਲੱਗ ਕੇ ਨਾਲ ਲੜਾਈ ਲੜੀ। ਅੱਜ ਜੋ ਬੇਸਲੈਸ, ਮੈਂ ਬੇਸਲੈਸ ਨਹੀਂ ਕਹਿ ਸਕਦਾ, ਇਸ਼ੂਲੈਸ ਜਿਹੜਾ ਪੰਜਾਬ ਦਾ ਯੂਥ ਹੋਇਆ ਸੀ, ਅੱਜ ਉਹਨੂੰ ਇੱਕ ਇਸ਼ੂ ਮਿਲਿਆ ਕਿ ਅੱਜ ਸਾਡੀ ਜੋ ਪੁਰਖਾਂ ਦੀ ਜਿਹੜੀ ਕਿਸਾਨੀ ਆਪਾਂ ਕਰ ਰਹੇ ਸੀ ਜਾਂ ਸਾਡੇ ਦਾਦੇ ਪੜਦਾਦਿਆਂ ਤੋਂ ਚੱਲ ਰਿਹਾ ਸੀ, ਅੱਜ ਉੱਥੇ ਖਤਰਾ। ਔਰ ਉਸ ਮੂਵਮੈਂਟ ਦੇ ਵਿੱਚ ਜਿੱਥੇ ਯੂਥ ਜੁੜਿਆ, ਉੱਥੇ ਫੀਮੇਲਸ ਵੀ ਆਈਆਂ ਨੇ, ਬੱਚੇ ਵੀ ਆਏ ਨੇ ਔਰ ਬਜ਼ੁਰਗ ਵੀ ਆਏ ਨੇ। ਇਹ ਇੱਕ ਪੋਜ਼ਿਟਿਵ ਸਾਈਨ ਵੀ ਇਸ ਐਜੀਟੇਸ਼ਨ ਦਾ ਕਿ ਇਹਨਾਂ ਨੇ ਦੁਬਾਰਾ ਪੰਜਾਬ ਨੂੰ ਇਕੱਠਾ ਵੀ ਕੀਤਾ ਔਰ ਇੱਕ ਡਾਇਰੈਕਸ਼ਨ 'ਚ ਲੈ ਕੇ ਜਾ ਰਹੇ। Harbhajan ji, ask some question for ਕੁਐਸਚਨ ਤੇ ਆਪਾਂ ਆਪਣੀ ਰਾਏ ਆ ਸਾਰਿਆਂ ਦੀ ਨਾ, ਹੀ ਇਜ਼ ਵੈਰੀ ਰਾਈਟ। ਪਰ ਹਰ ਬੰਦਾ ਜਿੱਦਾਂ ਹੁਣ ਡਾਕਟਰ ਸਾਹਿਬ ਦੇ ਐਕਸਪਲੇਨ देयर ਫੀਲਡ, ਵਕੀਲ ਸਾਹਿਬ ਨੇ ਉਹਨੇ ਆਪਣਾ ਕੀਤਾ। ਮੇਰੇ ਲਈ ਮੇਰਾ ਆਪ ਦਾ ਵਿਚਾਰ ਹੈਗਾ ਕਿ ਜਿਹੜੀ ਸਾਰੀ ਪਹਿਲੀ ਤਾਂ ਗੱਲ, ਵੀ ਹੈਵ ਹਿਸਟੋਰੀਕਲ ਇੰਪੈਕਟ ਔਨ ਪੰਜਾਬ ਦੀ ਜਿਹੜਾ ਰੀਜਨ ਆ। ਇੱਕ ਵਾਰੀ ਮੈਂ ਅਮਰੀਕਾ ਦੇ ਵਿੱਚ ਇੱਥੇ ਇੱਕ ਸੈਮੀਨਾਰ ਜੁਆਇਨ ਕੀਤਾ ਤੇ ਉਹਦੇ 'ਚ ਇੱਕ ਸਟੇਟਮੈਂਟ ਕਿਸੇ ਬੰਦੇ ਨੇ ਦਿੱਤੀ, ਜਿਹੜਾ ਟੀਚਰ ਸੀਗਾ, ਵੀ after every 15 or 20 years there is a recession, and after every 15-20 years there is boom in America, no matter what reason koi bhi ho jaye। same thing we are just in Punjab, jida kende Punjab de jammiਆਂ ਨੂੰ ਨਿਤ ਮਹਿਮਾ ਕਿ no matter what, every 30 40 20 years after there is a potential for ਘੱਲੂ ਘਰਾ, ਕਿ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਸਟਰਗਲ ਕਰਨੀ ਪੈਂਦੀ ਹੈ without any reason sometimes, and but it's made to happen. For this thing there was no reason. Now the only thing is that it's a political problem and political things over there. Modi got clear majority now. He thinks he can change the social economic structure of India. He have clear majority, he can do anything, starting from Jammu, starting from demonetization. Now he's after Punjabis. The Punjabis again never failed. That should not have happened, but that thing is not going to end peacefully. It will again bring a lot of challenges to the community. So the thing is that this, in Punjab, all the farmers are public, and there's the government is government. They can make any rules, but they have to keep public situation in mind. What is Modi is just imitating Western economy, USA, Canada, or other countries. But is his public ready for that? Do they have that infrastructure? That's what he does not care about, infrastructure. He just try to imitate the other economies. So in India or in Punjab, we are farming families. We have been grown on there only with MSP, 2 or 3 crops, that people were raising their families. They put their intelligence on growing it, and they grow. They got the best yield in the world even, but now they don't have outside marketing sources. The previous governments, the system
have created marketing system for last 70-75 years. And now that system is going to be collapsed. But the farmers are not ready yet that they can grow and market their product out of their neighborhood. Over there, every 10 or 15 villages, they have a market. So they can just go there. They have no headache to send it to Calcutta, Bombay, or to export it out. That's government duty. But now if the farmers have the burden of marketing that too, how many farmers are there of big farmers and intelligent or educated farmers, those who know the market of the country, nation, and the international market? That is just giving them lollipop without any reason, without any intelligence, without providing them any sources. You know, now every small farmer can, even 5-acre farmer, they can grow 2-3 items and they can raise their children and they can send to college, or they can send them to university. But right now, if government have some protections on that, probably, if they are just talking about, if they can give MSP as a guarantee, let the other business people, the corporations to kick in. But government should have the responsibility every year to set the minimum support price. If any other corporation or any private agency wants to buy it, they should make secure that they should buy above the MSP price. On the other hand, if there is those people, the buyers don't pay to the farmers, they're blocking their way to go to the court. The court should be open for those matters. They are economic matters and social matters of the society. Why they cannot go to the court? You know, if they protect those 2-3 things over there, I believe the farmers can be pacified and there could be a way out. This is the minimum way out to talk to the government. And now if they use the force, if they use all those central tools to punish the Punjab, to punish the farmers, that will create more rift and that will be again ending up in different results. Bhajan ji, so you are dealing with the US government all the time, federal government, they are local government helping you or federal government helping you? What do you suggest for Indian government or Punjab government or farmers? What the suggestion there, solution? If I want Modi to imitate somebody, imitate the American sports system. In America, you get money every step of your way, you being a farmer. You get money for so many things. Right now, they are providing, there was Corona going on. Corona, they support the farmers for loss of their product, for loss of their marketing abilities, marketing structure, because people cannot go out. But in India, people face the same impact. Here we are getting support and there's no number for that. And over there, they are getting punished after the Corona. This was not the right time even for any government to take this kind of step for the farmers or for the other business people. If you want to look into American system little bit, look into the sport, not punishing people at this point. Here we have got a lot of support from federal and a lot of support from the state. What people got over there? Modi ji will come out of a hole once in a while and tell everybody, stay home, stay home. Okay, Yes. this is the federal government, but the local government doesn't matter. Badal group came, Congress came. What they supposed to do it? Yeah, local governments, they are doing everything in their possession over here. In America, economy is bigger. They are giving financial help too. They are giving so many things that you cannot count. There's the help at every point. You know, and India, what Punjab government is already telling, since whoever comes in the government over there, their first thing is that khazana khali hai. Khazana khali ਲੋਕਾਂ ਨੇ ਥੋੜੀ ਕੀਤਾ, ਤੁਹਾਡੇ ਤੋਂ ਪਹਿਲਾਂ ਆਏ ਜਿਹੜੇ ਉਹਨਾਂ ਨੇ ਕੀਤਾ। ਜਦੋਂ ਤੁਸੀਂ ਜਾਣਾ ਫਿਰ ਦੂਜਿਆਂ ਨੇ ਹੁਣ ਉਹਨਾਂ ਨੇ ਵੀ ਕਹਿਣਾ ਖਜ਼ਾਨਾ ਖਾਲੀ ਆ। ਲੋਕਾਂ ਲਈ ਸਪੋਰਟ ਦੇ ਕਿਤੇ ਹੈ ਹੀ ਨਹੀਂ। ਹੁਣ ਜਿਹੜੇ ਅਕਾਲੀ ਦਲ ਆ ਇਹ ਆਪਦੀਆਂ ਉਹਦੇ ਛੱਡ ਕੇ ਆ ਗਏ ਪੰਜਾਬ ਵਿੱਚ, ਕਿਉਂਕਿ ਇਸ ਵੋਟਾਂ ਕਰਕੇ ਆਇਆ ਇਹ।
ਵਾਈ ਜਿਹੜਾ ਅਮਰਿੰਦਰ ਸਿੰਘ ਹੈ ਉਹ ਕਾਹਦੇ ਲਈ ਹੁਣ ਲੋਕਾਂ ਨਾਲ ਖੜਾ, ਜਸਟ ਟੂ ਪ੍ਰੋਟੈਕਟ ਹਿਸ ਵੋਟ ਥਿੰਗ, ਪਰ ਉਹ ਲੋਕਾਂ ਨੂੰ ਦੇ ਕੀ ਰਿਹਾ? Is there any financial help for the farmer? ਲੋਕਾਂ ਨੂੰ ਇਸ ਵੇਲੇ ਸਪੋਰਟ ਦੀ ਬਜਾਏ ਵੀ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਹੈ। Daljit ji, you have anything to say about this? Go ahead. ਮੈਂ ਸਰ ਸਾਰੀਆਂ ਗੱਲਾਂ ਦਾ ਪਹਿਲਾਂ ਜਵਾਬ ਦੇਣਾ, ਮੈਂ then I will come to the state. First, ਇਹ ਜਿਹੜੇ laws ਲੈ ਕੇ ਆਂਦੇ ਗਏ ਨੇ, ਇੱਥੇ ਜਿਹੜੇ ਕਿਸਾਨਾਂ ਦੇ ਉਹ 4 ਮੇਜਰ ਇਸ਼ੂਜ਼ ਨੇ। ਫਰਸਟ, ਕਿ ਉਹਨਾਂ ਦੀ ਫਸਲ ਹੈ ਜਿਹੜੀ MSP ਤੋਂ ਘੱਟ ਨਾ ਖਰੀਦੀ ਜਾਵੇ। ਸੈਕੰਡ, ਉਹਨਾਂ ਨੂੰ ਕੋਰਟ ਜਾਣ ਦਾ ਰਾਈਟ ਦਿੱਤਾ ਜਾਵੇ। ਥਰਡ, ਉਹਨਾਂ ਦੀ ਜਿਹੜੀ ਜ਼ਮੀਨਾਂ ਨੇ ਜਿਨ੍ਹਾਂ ਦੀ ਜਦੋਂ ਇੱਕ ਕਿਸਾਨ ਨੇ ਕਿਸੇ ਵਪਾਰੀ ਦੇ ਪੈਸੇ ਦੇਣੇ ਨੇ ਤੇ ਉਹ ਜੇ ਵਪਾਰ ਕਿਸਾਨ ਨੂੰ ਲੱਗਦਾ ਮੇਰੇ ਨਾਲ ਧੱਕਾ ਕੀਤਾ ਗਿਆ, ਜ਼ਬਰਦਸਤੀ ਮੈਨੂੰ ਫਾਈਨ ਲਾਇਆ ਜਾ ਰਿਹਾ ਜਾਂ ਮੇਰੇ ਪੈਸੇ ਨਹੀਂ ਬਣਦੇ, ਮੈਨੂੰ ਜ਼ਬਰਦਸਤੀ ਕਿਹਾ ਜਾ ਰਿਹਾ ਦੇਣ ਵਾਸਤੇ, ਮੈਂ ਨਹੀਂ ਦਿੰਦਾ, ਤੇ ਉਹਦੀ ਇੱਕ ਫਰਦ 'ਚ ਐਂਟਰ ਹੋ ਜਾਣਗੇ। ਫਰਦ ਦਾ ਐਂਟਰ ਹੋਣ ਦਾ ਮਤਲਬ ਹੈ ਕਿ ਨਾ ਤੇ ਉਹ ਆਪਣੀ ਜ਼ਮੀਨ ਤੇ ਲੋਨ ਲੈ ਸਕਦਾ ਦੁਬਾਰਾ, ਨਾ ਉਹ ਜ਼ਮੀਨ ਆਪਣੀ ਵੇਚ ਸਕਦਾ ਜਦ ਤੱਕ ਉਹ ਵਪਾਰੀ ਦੇ ਪੈਸੇ ਨਹੀਂ ਦਿੰਦਾ। ਐਜ਼ ਏ ਲੈਂਡ ਰੈਵਨਿਊ ਦੇ ਤੌਰ ਤੇ, ਏਰੀਅਰਸ ਦੇ ਤੌਰ ਤੇ ਉਹਦੇ ਕੋਲੋਂ ਲਏ ਜਾਣਗੇ। ਇਹ ਕਿਸਾਨ ਦੇ ਕੁਝ ਮੇਜਰ ਇਸ਼ੂਜ਼ ਨੇ, ਇਹਨੂੰ ਐਡਰੈਸ ਕਰਨ ਲਈ ਮੋਦੀ ਗਵਰਨਮੈਂਟ ਤਿਆਰ ਹੀ ਹੈ ਨਹੀਂ, ਉਹ ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ। ਅੱਜ ਪੂਰੇ ਹਿੰਦੁਸਤਾਨ ਦੇ ਔਰ ਸਪੈਸੀਫਿਕਲੀ ਪੰਜਾਬ ਦੀ 65%, ਮੋਰ ਦੈਨ 65% ਜਿਹੜੀ ਪਾਪੂਲੇਸ਼ਨ ਹੈ ਉਹ ਕਿਸਾਨੀ ਨਾਲ ਡਾਇਰੈਕਟਲੀ ਜੁੜੀ ਹੈ, ਨਾਟ ਇਨਡਾਇਰੈਕਟਲੀ, ਡਾਇਰੈਕਟਲੀ ਜਿਹੜੀ ਉਹਦੀ ਇਨਕਮ ਤੇ ਡਿਪੈਂਡੈਂਟ ਹੈ। ਤੇ ਅਸੀਂ ਇੱਕ 65 ਬੰਦਿਆਂ ਨਾਲ ਵੀ ਗੱਲ ਕਰਨ ਦੀ, ਮਸ਼ਵਰਾ ਕਰਨ ਦੀ ਜਾਂ ਉਹਨਾਂ ਦੀ ਸੁਜੈਸ਼ਨਸ ਲੈਣ ਦੀ ਇੱਕ ਜ਼ਰੂਰਤ ਨਹੀਂ ਸਮਝੀ। ਸੈਕੰਡਲੀ, ਇਹ ਪੰਜਾਬ ਦੀ ਐਜੀਟੇਸ਼ਨ, ਮੈਂ ਫਿਰ ਉੱਥੇ ਆਣਾ ਕਿ ਪੰਜਾਬ 'ਚ ਕਿਉਂ ਅਗਰੈਸਿਵ ਹੈ। ਤੁਸੀਂ ਰੀਸੈਂਟਲੀ ਇੱਕ ਆਨਲਾਈਨ ਜਾ ਕੇ ਨਬਾਰਡ ਦੀ ਦੇਖਿਓ, ਜਿਹੜਾ ਐਗਰੀਕਲਚਰ ਬੈਂਕ ਹੈ ਹਿੰਦੁਸਤਾਨ ਦਾ, ਨਬਾਰਡ ਬੈਂਕ ਹੈ, ਉਹਦੀ 2016 ਐਂਡ 17 ਦੀ ਇੱਕ ਰਿਪੋਰਟ ਹੈ। ਔਰ ਰਿਪੋਰਟ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਸਟੇਟਸ ਹੈ ਸਟੇਟਾਂ ਦਾ, ਉਹ ਕੰਪੇਅਰ ਕੀਤਾ ਗਿਆ ਫਾਰਮਰਸ ਦਾ। ਔਰ ਤੁਹਾਨੂੰ ਹੈਰਾਨਗੀ ਹੋਏਗੀ, 2016-17 ਦੀ ਜਿਹੜੀ ਰਿਪੋਰਟ ਹੈ ਉਹਦੇ 'ਚ ਜਿਹੜੀ ਯੂਪੀ ਦੇ ਕਿਸਾਨ ਦੀ 6800 ਰੁਪਇਆ ਪਰ ਮੰਥ ਇਨਕਮ ਨੂੰ ਕੈਲਕੂਲੇਟ ਕੀਤਾ ਗਿਆ, ਔਰ ਬਿਹਾਰ ਦੀ ਨੂੰ 7100 ਪਰ ਮੰਥ ਪਰ ਫੈਮਿਲੀ, ਔਰ ਪੰਜਾਬ ਦੀ ਨੂੰ ਕੀਤਾ ਗਿਆ ਕੈਲਕੂਲੇਟ 23133, ਔਰ ਹਰਿਆਣਾ ਦੀ ਅਪਰੋਕਸੀਮੇਟਲੀ 19000। ਇਹ ਇੰਨਾ ਇਨਕਮ ਦਾ ਡਿਫਰੈਂਸ ਇਸ ਕਰਕੇ ਹੈ ਕਿ ਇੱਥੇ ਮਜ਼ਬੂਤ ਮੰਡੀਕਰਨ ਸਿਸਟਮ ਹੈ ਔਰ MSP ਤੇ ਖਰੀਦ ਹੋ ਰਹੀ ਹੈ। ਜਿਸ ਦਿਨ ਪੈਰਲਲ ਮੰਡੀ ਸਿਸਟਮ ਖੜਾ ਕਰ ਦਿੱਤਾ ਜਾਏਗਾ, ਪੰਜਾਬ ਦੇ ਕਿਸਾਨ ਦੀ ਵੀ ਇਨਕਮ ਇੱਥੇ ਆ ਕੇ ਖੜ ਜਾਣੀ, ਕਿਉਂਕਿ ਕਾਰਪੋਰੇਟ ਹਾਊਸਿਸ ਨੇ ਜਿਹੜੇ ਉਹਦੀ ਮਰਜ਼ੀ ਦੇ ਕਿਸਾਨ ਨੂੰ ਆਪਾਂ ਛੱਡ ਨਹੀਂ ਸਕਦੇ। ਜਿੱਥੇ ਵੀ ਕਿਸਾਨ ਨੂੰ ਉਹਦੀ ਮਰਜ਼ੀ ਤੇ ਛੱਡਿਆ ਗਿਆ, ਉਹਦਾ ਸ਼ੋਸ਼ਣ ਹੀ ਹੋਇਆ, ਉਹਦਾ ਫਾਈਨੈਂਸ਼ੀਅਲ ਲਾਸ ਹੀ ਹੋਇਆ। ਤੇ ਇਹੀ ਕਿਸਾਨ ਨੂੰ ਡਰ ਹੈ ਜਿਹੜਾ ਪੰਜਾਬ 'ਚ ਸਭ ਤੋਂ ਵੱਧ ਐਜੀਟੇਸ਼ਨ ਹੋ ਰਿਹਾ। ਦੂਜੀ ਮੈਂ ਗੱਲ ਕਰ ਰਿਹਾ, ਇਹਦੇ ਨਾਲ ਸੋਸ਼ੋ ਇਕਨੋਮਿਕ ਫੈਬਰਿਕ ਵੀ ਪੰਜਾਬ ਦਾ ਖਰਾਬ ਹੋ ਰਿਹਾ। ਕੱਲਾ ਪੰਜਾਬ ਦਾ ਕਿਸਾਨ ਇੰਪੈਕਟ ਨਹੀਂ ਹੋਊਗਾ, ਇਹ ਪੂਰੇ ਪੰਜਾਬ ਔਰ ਨਾਲ ਜੁੜੇ ਜਿੰਨੇ ਵੀ ਕਾਰੋਬਾਰ ਹੈ ਉਹ ਵੀ ਇਫੈਕਟ ਹੋਣਗੇ। ਕਿਉਂ? 65000 ਕਰੋੜ ਦੀ ਇੱਕ ਫਸਲ ਸਾਡੇ ਪੂਰੇ ਪੰਜਾਬ 'ਚ, ਦੋਨੋਂ ਫਸਲਾਂ 'ਚ, ਕਣਕ ਤੇ ਝੋਨੇ ਦੀ ਜਿਹੜੀ CCL ਲਿਮਿਟ RBI ਬੈਂਕ ਵੱਲੋਂ ਜਾਰੀ ਕੀਤੀ ਜਾਂਦੀ, ਉਹ 65000 ਕਰੋੜ ਦੀ ਹੁੰਦੀ। ਉਹ ਜਦੋਂ 65000 ਕਰੋੜ ਜਦੋਂ ਕਿਸਾਨ ਕੋ ਆਉਂਦਾ, ਉਹ ਮਾਰਕੀਟ 'ਚ ਜਾਂਦਾ ਹੈ, ਜਿਵੇਂ ਉਹ ਘਰ ਬਣਾਉਂਦਾ ਹੈ, ਕੋਈ ਵਿਆਹ ਸ਼ਾਦੀ ਕਰਦਾ, ਕੱਪੜੇ ਲੈਂਦੇ, ਗੱਡੀ ਲੈਂਦੇ ਨੇ, ਉਹ ਮਾਰਕੀਟ 'ਚ ਰੋਟੇਸ਼ਨ ਬਣਦੀ ਉਸ ਪੈਸੇ ਦੀ 65000 ਕਰੋੜ ਦੀ। ਜੇ ਉਹਦੇ 'ਚ ਫਲਕਚੁਏਸ਼ਨ ਆਏਗੀ ਜਾਂ ਉਹ 'ਚ ਅਨਸਰਟੇਨਿਟੀ ਆਊਗੀ, 65000 ਕਰੋੜ 'ਚ ਪੂਰੀ ਮਾਰਕੀਟ 'ਚ ਵੀ ਅਨਸਰਟੇਨਿਟੀ ਆਊਗੀ। ਅੱਜ ਇਕਨੋਮੀ ਵੈਸੇ ਹੀ ਕਰੋਨਾ ਕਰਕੇ ਬਹੁਤ ਨੀਚੇ ਹੈ। ਇੱਕ ਹੀ ਸੈਕਟਰ ਸੀ ਐਗਰੀਕਲਚਰ ਦਾ ਜਿਹੜਾ ਗਰੋ ਕਰ ਰਿਹਾ ਸੀ ਇਸ ਕਰੋਨਾ ਪੀਰੀਅਡ ਦੇ ਵਿੱਚ। ਵਰਲਡ ਵਾਈਡ ਜੇ ਬਿਜ਼ਨਸ ਕੋਈ ਗਰੋ ਕੀਤਾ, ਉਹ ਐਗਰੀਕਲਚਰ ਬਿਜ਼ਨਸ ਗਰੋ ਕੀਤਾ, ਹਿੰਦੁਸਤਾਨ 'ਚ ਵੀ ਵਰਲਡ ਵਾਈਡ ਵੀ। ਤੇ ਜੇ ਆਪਾਂ ਉਹਦੀ ਇਨਕਮ ਨੂੰ ਵੀ ਅਨਸਿਕਿਉਰ ਕਰ ਦਾਂਗੇ ਤੇ ਆਬਵੀਅਸਲੀ ਇਹ ਕਿਸਾਨਸ ਉਹਨੂੰ ਜਾ ਕੇ ਐਜੀਟੇਟ ਕਰਨਗੇ। ਹੁਣ ਆਈ ਗੱਲ, ਜਿਵੇਂ ਇਹਨਾਂ ਨੇ ਕਿਹਾ ਸੀ ਭਾਜੀ ਸਾਹਿਬ ਨੇ ਕਿ ਸਪੋਰਟਸ ਕੀ ਕਰ ਰਹੀਆਂ। ਟਾਈਮ ਟੂ ਟਾਈਮ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹਨਾਂ ਦੀ ਫਾਈਨੈਂਸ਼ੀਅਲ ਜਿਹੜੀ ਇੰਡੀਪੈਂਡੈਂਸ ਹੈ ਉਹ ਸੈਂਟਰ ਗਵਰਨਮੈਂਟ ਕੋਲ ਪਿਛਲੇ 6 ਸਾਲਾਂ ਤੋਂ ਖਤਮ ਕੀਤੀ ਜਾ ਰਹੀ ਹੈ। ਉਹਨਾਂ ਦੀ ਡਿਪੈਂਡੈਂਸੀ ਸੈਂਟਰ ਤੇ ਬਣਾਈ ਜਾ ਰਹੀ ਹੈ। ਉਹਦੀ ਇੱਕ ਐਗਜ਼ਾਮਪਲ ਵੱਡੀ ਹੈ GST। ਅਸੀਂ ਸਟੇਟ 'ਚ ਕਾਰੋਬਾਰ ਕਰ ਰਹੇ ਹਾਂ ਔਰ GST ਸਟੇਟ 'ਚ ਦੇ ਰਹੇ ਹਾਂ, ਪਰ ਉਹ ਜਾ ਕੇਂਦਰ ਦੇ ਖਾਤੇ 'ਚ ਰਿਹਾ, ਸੈਂਟਰ ਗਵਰਨਮੈਂਟ ਦੇ ਖਾਤੇ, ਔਰ ਸੈਂਟਰ ਗਵਰਨਮੈਂਟ 8-8 ਮਹੀਨੇ ਉਹਦਾ GST ਦਾ ਜਿਹੜਾ ਤੁਹਾਡਾ ਹਿੱਸਾ ਬਣਦਾ ਉਹ ਦਿੰਦੀ ਨਹੀਂ। ਤੇ ਤੁਸੀਂ ਇਹ ਸੋਚ ਕੇ ਦੇਖੋ, ਜਿਹੜਾ ਮੇਜਰ ਰੈਵਨਿਊ ਇਨਕਮ ਹੈ ਕਿਸੇ ਵੀ ਸਟੇਟ ਨੂੰ, ਉਹਦੇ ਟੈਕਸ ਤੋਂ ਹੈ। ਜੇ ਉਹਦੀ ਟੈਕਸ ਦੀ ਪਾਵਰ ਉਹਦੇ ਕੋਲ ਖੋਹ ਲਈ ਜਾਏਗੀ, ਉਹ ਕਿਸੇ ਨੂੰ ਕਿੱਦਾਂ ਸਪੋਰਟ ਕਰ ਸਕਦਾ। ਦੂਸਰਾ, ਸਮੇਂ ਤੋਂ ਸਮੇਂ ਚਾਹੇ ਕੋਈ ਵੀ ਸਰਕਾਰਾਂ ਰਹੀਆਂ ਨੇ, ਪੰਜਾਬ ਦੇ ਉੱਪਰ ਲੋਨ ਦੀ ਜਿਹੜੀ ਪਰਸੈਂਟੇਜ ਉਹ ਇੰਨੀ ਵੱਡੀ ਹੋ ਗਈ ਹੈ ਕਿ ਉਹਦੇ ਵਿਆਜ 'ਚ ਔਰ ਉਹਨੂੰ ਰੀਪੇ ਕਰਨ 'ਚ ਹੀ ਅਸੀਂ ਸਾਰਾ ਰਿਸੋਰਸਿਸ ਆਪਣੇ ਨੂੰ ਖਤਮ ਕਰ ਰਹੇ ਹਾਂ। ਸੋ ਇਹ ਪ੍ਰੋਬਲਮ ਬਹੁਤ ਵੱਡੀਆਂ ਨੇ ਅੱਜ ਦੇ ਡੇਟ 'ਚ। ਇਹ ਹਾਈਲਾਈਟ ਇਸ ਕਰਕੇ ਅੱਜ ਹੋ ਰਹੀਆਂ ਕਿ ਕਿਸਾਨ ਖੁਦ ਸੜਕਾਂ ਤੇ ਬਾਹਰ ਆ ਗਿਆ। ਔਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਾਰਪੋਰੇਟ
ਘਰਾਣਿਆਂ ਦੀ ਜਿਹੜੀ ਹੈ ਆਪਾਂ 3 ਬਿੱਲ ਲੈ ਕੇ ਆਏ ਆ। ਉਹਦੇ 'ਚ ਇੱਕ ਬਿੱਲ ਹੈ ਐਸੈਂਸ਼ੀਅਲ ਕਮੋਡਿਟੀ ਐਕਟ ਦਾ, ਉਹ 'ਚ ਅਮੈਂਡਮੈਂਟ ਕਰਕੇ ਜਿਹੜੀ ਪਹਿਲਾਂ ਜ਼ਖੀਰੇਬਾਜ਼ੀ ਜਾਂ ਜਮਾਖੋਰੀ ਕਹਿੰਦੇ ਆ, ਉਹਨੂੰ ਇੰਡੀਪੈਂਡੈਂਸ ਦੇ ਦਿੱਤੀ ਗਈ, ਖੁੱਲ੍ਹ ਦੇ ਦਿੱਤੀ ਗਈ ਕਾਰਪੋਰੇਟ ਹਾਊਸਿਸ ਨੂੰ ਕਿ ਤੁਸੀਂ ਜਿੰਨੀ ਮਰਜ਼ੀ ਜਮਾਖੋਰੀ ਕਰ ਲਓ, ਸਰਕਾਰ ਇੰਟਰਫੇਅਰ ਨਹੀਂ ਕਰੂਗੀ। ਸਰਕਾਰ ਇੰਟਰਫੇਅਰ ਉਦੋਂ ਕਰੂਗੀ ਜਦੋਂ ਕਿਸੇ ਕਮੋਡਿਟੀ ਦਾ ਪ੍ਰਾਈਸ 100% ਰਾਈਜ਼ ਹੋ ਜਾਊਗਾ। ਭਾਵ 100 ਰੁਪਏ ਦੀ ਚੀਜ਼ ਜਦ ਤੱਕ 1 ਰੁਪਏ ਦੀ ਨਹੀਂ ਹੁੰਦੀ, ਸਰਕਾਰ ਇੰਟਰਵੀਨ ਨਹੀਂ ਕਰੂਗੀ। ਮਤਲਬ ਤੁਸੀਂ ਕਾਰਪੋਰੇਟ ਹਾਊਸ ਨੂੰ 100% ਪ੍ਰੋਫਿਟ ਅਸ਼ੋਰ ਕਰਤਾ, ਇਹ ਉਹਨੂੰ ਲੀਗਲ ਫਰੇਮਵਰਕ ਵੀ ਦੇਤਾ। ਪਰ ਉਸੇ ਐਕਟ ਦੇ ਵਿੱਚ ਜਦੋਂ ਤੁਸੀਂ ਕਿਸਾਨ ਦੀ ਮਿਨੀਮਮ ਇਨਕਮ ਦੀ ਆਪਾਂ ਗਰੰਟੀ ਨਹੀਂ ਕਰ ਸਕੇ, ਜਿਹਨੇ 6 ਮਹੀਨੇ ਫਸਲ ਪਾਲੀ ਹੈ ਉਹਨੂੰ ਆਪਾਂ ਮਿਨੀਮਮ ਇਨਕਮ ਵੀ ਗਰੰਟੀ ਨਹੀਂ ਕਰ ਸਕੇ। MSP ਦਾ ਮਤਲਬ ਮੈਕਸਿਮਮ ਸਪੋਰਟ ਪ੍ਰਾਈਸ ਨਹੀਂ ਹੈ, ਇਟਸ ਅ ਮਿਨੀਮਮ ਸਪੋਰਟ ਪ੍ਰਾਈਸ। ਔਰ ਕਿਸਾਨ ਅੱਜ ਇਹੀ ਕਹਿ ਰਿਹਾ ਕਿ ਕੋਈ ਵੀ ਕਾਰਪੋਰੇਟ ਹਾਊਸ ਉਹ ਕਹਿੰਦਾ, ਇਹ ਨਹੀਂ ਕਹਿੰਦਾ ਕਿ ਨਾ ਆਵੇ, ਪਰ MSP ਤੋਂ ਥੱਲੇ ਖਰੀਦੇ ਨਾ, ਸਾਨੂੰ ਇੱਕ ਲੀਗਲ ਫਰੇਮਵਰਕ ਦੇ ਦਿਓ ਸਾਨੂੰ। ਠੀਕ ਹੈ 100% ਅੱਗੇ ਪ੍ਰੋਫਿਟ ਤੇ ਵੇਚਦਾ ਵੇਚੇ, ਪਰ ਐਟਲੀਸਟ ਇੱਕ ਕਿਸਾਨ ਦੀ ਇਨਕਮ ਤਾਂ ਸ਼ੋਰ ਕਰ ਦਿੱਤੀ ਜਾਵੇ ਨਾ। ਔਰ ਦੂਸਰਾ ਆਪਾਂ ਇੱਕਦਮ ਕਰੋਨਾ ਦਾ ਟਾਈਮਿੰਗ ਸੀ, ਦੱਸ ਕੋਈ ਨਹੀਂ ਰਿਹਾ ਕਿ ਇਦਾਂ ਦੀ ਕੀ ਮਜਬੂਰੀ ਸੀ ਮੋਦੀ ਸਰਕਾਰ ਦੀ ਕਿ ਕਰੋਨਾ ਦੇ ਟਾਈਮ 'ਚ ਐਡਾ ਵੱਡਾ ਵਰਲਡ ਵਾਈਡ ਜੌਬ ਲਾਸ ਹੋਇਆ ਤੇ ਅਸੀਂ ਇਦਾਂ ਦਾ ਕਾਨੂੰਨ ਲਿਆਤਾ ਕਿ ਜਿਹੜੀ ਜਿੱਥੋਂ ਅਸ਼ੋਰ ਇਨਕਮ ਹੋ ਰਹੀ ਸੀ ਕਿਸਾਨਾਂ ਨੂੰ, ਆਪਾਂ ਉਹ ਵੀ ਖਤਮ ਕਰਤੀ। ਐਕਚੁਅਲੀ ਇਹਨਾਂ ਨੇ ਇੱਕਦਮ ਹੀ ਇਹਨਾਂ ਨੇ ਸਮਝਿਆ ਕਿ ਕਰੋਨਾ ਦੇ ਟਾਈਮ ਦੇ ਵਿੱਚ ਐਜੀਟੇਸ਼ਨ ਨਹੀਂ ਹੋਊਗਾ ਤੇ ਇਸ ਇਜ਼ ਦ ਬੈਸਟ ਟਾਈਮ ਟੂ ਇੰਪਲੀਮੈਂਟ ਇਟ, ਔਰ ਉਹੀ ਉਹਨਾਂ ਟਾਈਮ ਚੂਜ਼ ਕਰਕੇ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ। ਸੈਕੰਡਲੀ, ਜੇ ਤੁਸੀਂ ਦੇਖੋ, ਜੇ ਤੁਸੀਂ ਕਾਰਪੋਰੇਟ ਹਾਊਸਿਸ ਤੇ ਕਿਸਾਨੀ ਨੂੰ ਛੱਡਣਾ ਹੈ, you have to infuse the funds, which infrastructure system develop ਕਰਨਾ ਪਊਗਾ ਤੁਹਾਨੂੰ। ਇੱਕ ਪੰਜਾਬ ਦਾ ਕਿਸਾਨ ਜਿਹੜਾ 3 ਤੋਂ 4 ਕਿੱਲੇ ਦਾ ਮਾਲਕ ਹੈ, ਤੁਸੀਂ ਉਹ ਸਮਝਦੇ ਹੋ ਕਿ ਆਪਣੀ ਸਬਜ਼ੀ ਉਹ ਕਿਸੇ ਬੰਬੇ ਜਾਂ ਕਲਕੱਤਾ ਜਾਂ ਗੁਜਰਾਤ ਜਾ ਕੇ ਭੇਜ ਦੂਗਾ? ਕੋਈ ਟ੍ਰੇਨ ਸਿਸਟਮ ਨਹੀਂ ਆਪਣਾ ਚਲਾਇਆ, ਕੋਈ ਇਨਫਰਾਸਟ੍ਰਕਚਰ 'ਚ ਆਪਾਂ ਬਿਲਡ ਨਹੀਂ ਕੀਤਾ, ਇੱਕ ਮੰਡੀ ਨੂੰ ਦੂਸਰੀ ਮੰਡੀ ਨਾਲ ਆਪਾਂ ਜੋੜਿਆ ਨਹੀਂ। ਆਪਾਂ ਕਿਸਾਨ ਨੂੰ ਇੱਕਦਮ ਹੀ ਆਏ ਆ, ਰਾਤੋਂ ਰਾਤ ਕਾਨੂੰਨ ਬਣਾਇਆ, ਸਵੇਰੇ ਅਸੀਂ ਮਾਰਕੀਟ 'ਚ ਆਪਣੇ ਕਿਸਾਨ ਨੂੰ ਮਾਰਕੀਟ 'ਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਛੱਡਤਾ। ਬਾਕੀ ਸਟੇਟਾਂ 'ਚ ਵੀ, ਬਾਕੀ ਕੰਟਰੀਆਂ 'ਚ ਵੀ ਹੈਗਾ, ਪਰ ਉਹਨਾਂ ਨੇ ਆਪਣੇ ਕਿਸਾਨ ਲਈ ਇੱਕ ਇਨਫਰਾਸਟ੍ਰਕਚਰ ਬਿਲਡ ਕੀਤਾ। ਤੁਸੀਂ ਪਹਿਲਾਂ ਉਸ ਕਿਸਾਨ ਨੂੰ ਉਸ ਲੈਵਲ ਪਲੇਇੰਗ ਤੱਕ ਤਾਂ ਲੈ ਕੇ ਆਈਏ ਨਾ ਆਪਾਂ। ਠੀਕ ਹੈ, ਹੌਲੀ ਹੌਲੀ ਰਿਫਾਰਮਸ ਦੀ ਲੋੜ ਹੈ, ਪਰ ਇਹ ਟਾਈਮ ਰਿਫਾਰਮਸ ਦਾ ਨਹੀਂ ਸੀ ਹੈਗਾ ਜਿਸ ਟਾਈਮ 'ਚ ਰਿਫਾਰਮ ਕੀਤੇ। ਪਰ ਰਿਫਾਰਮ ਤੋਂ ਪਹਿਲਾਂ ਸਾਨੂੰ ਕਿਸਾਨ ਨੂੰ ਐਜੂਕੇਟ ਕਰਨਾ ਪਊਗਾ, ਕਿਸਾਨ ਨੂੰ ਡਾਇਵਰਸਿਫਿਕੇਸ਼ਨ ਵੱਲ ਲੈ ਕੇ ਜਾਣਾ ਪਊਗਾ। ਥਰਡ, ਕਿਸਾਨ ਨੂੰ ਜਦੋਂ ਤੁਸੀਂ ਮਾਰਕੀਟ ਦੇ ਹਵਾਲੇ ਛੱਡਣਾ, ਪਹਿਲਾਂ ਉਹਦੇ ਲਈ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਪਊਗਾ। ਇਹ ਬਿਨਾਂ ਸਭ ਕੁਝ ਕੀਤੇ ਬਿਨਾਂ ਅਸੀਂ ਆਪਣੇ ਕਿਸਾਨ ਨੂੰ ਇੱਕ ਮਾਰਕੀਟ 'ਚ ਖੁੱਲਾ ਛੱਡਤਾ, ਉਹਨਾਂ ਦੀ ਮਰਜ਼ੀ ਤੇ ਛੱਡਤਾ ਕਾਰਪੋਰੇਟ ਹਾਊਸਿਸ ਤੇ, ਜਿੱਦਾਂ ਮਰਜ਼ੀ ਤੁਸੀਂ ਕਿਸਾਨ ਨੂੰ ਯੂਜ਼ ਕਰੋ। ਡਾਕਟਰ ਸਾਹਿਬ, ਤੁਸੀਂ ਤਾਂ ਬਾਦਲ ਸਾਹਿਬ ਨੂੰ ਮਿਲਦੇ ਰਹੇ ਹੋ, ਪੁਰਾਣੇ ਬਹੁਤ, ਇਲੈਕਟ੍ਰਿਸਿਟੀ ਦਾ ਡੈਮਾਂ ਦੀ ਕੋਸ਼ਿਸ਼ ਕਰਦੇ ਰਹੇ ਹੋ, ਗੱਲਾਂ ਬਾਤਾਂ। ਇਲੈਕਟ੍ਰਿਸਿਟੀ ਫ੍ਰੀ ਦਿੱਤੀ ਹੋਈ ਆ, ਡੂ ਯੂ ਥਿੰਕ ਇਹ ਕੋਈ ਹੈਲਪਫੁਲ ਚੀਜ਼ਾਂ ਹੋ ਰਹੀਆਂ ਜਾਂ ਇਹਨਾਂ ਨੂੰ ਕੋਈ ਕੰਮ ਨਹੀਂ ਚਲਾਉਣਾ ਆਉਂਦਾ ਗਵਰਨਮੈਂਟਾਂ ਨੂੰ? ਗਰੇਵਾਲ ਸਾਹਿਬ, ਪਹਿਲੀ ਗੱਲ, ਇੱਕ ਮੈਨੂੰ ਤੁਸੀਂ ਲੰਪ ਨਾ ਕਰੋ ਕਿ ਅਕਾਲੀ ਉਹ 1980 ਚ ਅਕਾਲੀ ਦਾ ਪ੍ਰਧਾਨ ਬਣਿਆ ਸੀ, ਜਾਂ ਸਿਰਫ ਇਸ ਕਰਕੇ ਕੁਝ ਸੁਣਾਂਗੇ ਸੁਣਾਉਣ ਜੋਗੇ ਹੋਵਾਂਗੇ। ਮੈਂ 2 ਸਾਲਾਂ ਬਾਅਦ ਹੀ ਉਹਨੂੰ ਛੱਡਤੀ ਸੀ, ਕਿਉਂਕਿ ਮੈਂ ਮੀਟਿੰਗਾਂ ਬੜੀਆਂ ਅਟੈਂਡ ਕੀਤੀਆਂ, ਮੈਂ ਦੇਖ ਲਿਆ ਸੀ ਸਿਰਫ ਉਹ ਮਾਊਥ ਪੀਸ, ਹੱਥ ਟੋਕਾ ਮੰਗਦੇ ਨੇ, ਯੈਸ ਮੈਨ, ਦੇ ਡੋਨਟ ਵਾਂਟ ਟੂ ਲਿਸਨ ਟੂ NRI। ਓਕੇ, ਉਹ ਤਾਂ ਗੱਲ ਛੱਡੋ ਪਰੇ। ਉਸ ਤੋਂ ਬਾਅਦ ਮੈਂ ਇਨਵੋਲਵ ਰਿਹਾ। ਹੁਣ ਜੋ ਕੁਛ ਸਮਰਾ ਸਾਹਿਬ ਨੇ ਤੇ ਦਲਜੀਤ ਸਿੰਘ ਨੇ ਦੱਸ ਦਿੱਤਾ, ਬਹੁਤ ਸਾਰਾ ਕੁਛ ਇਹਨੇ ਕਵਰ ਕਰਤਾ, ਔਰ ਦੇ ਜਸਟੀਫਾਈਵਲੀ ਐਂਡ ਬ੍ਰੌਟ ਦਿਸ ਆਊਟ ਕਿ ਕੀ ਇਹਦੇ ਨੁਕਸਾਨ ਨੇ, ਕਿਸ ਤਰ੍ਹਾਂ ਨਾਲ ਇਹ ਪੰਜਾਬ ਦੇ ਕਾਰਪੋਰੇਟ ਜਿਹੜੇ ਹੁੰਦੇ ਨੇ ਕਿਸ ਤਰ੍ਹਾਂ ਡਾਕਾ ਮਾਰ ਰਹੇ ਨੇ, ਮੰਡੀ ਸਿਸਟਮ ਖਤਮ ਹੋ ਜਾਏਗਾ, ਕਿਸਾਨਾਂ ਕੋਲੇ ਕੋਈ ਆਪਸ਼ਨ ਨਹੀਂ ਰਹਿਣਗੀ, ਇੱਥੋਂ ਤੱਕ ਕਿ DC ਡਿਸਾਈਡ ਕਰੇਗਾ, ਕੋਰਟ ਤੱਕ ਜਿੱਥੋਂ ਛੱਡ ਦਿੱਤੀ ਹੈ। ਸਮਰਾ ਸਾਹਿਬ ਨੇ ਵੀ ਕਿਹਾ, ਤੁਸੀਂ ਵੀ ਕਿਹਾ, ਇਹ ਸਾਰਾ ਕੁਛ ਕਾਫੀ ਦੱਸ ਚੁੱਕਿਆ, ਜਿਸ ਕਰਕੇ ਇਹਨਾਂ ਦੇ ਐਜੀਟੇਸ਼ਨ ਬਿਲਕੁਲ ਜਸਟੀਫਾਈਡ ਹੈ, ਕਿਉਂਕਿ ਬੜਾ ਧੱਕਾ ਹੋ ਰਿਹਾ, ਨੋ ਡਾਊਟ ਅਬਾਊਟ ਇਟ। ਇਹਦੇ ਬਾਰੇ ਮੈਂ ਰਿਪੀਟ ਕੀ ਕਰਾਂ, ਇਸ ਕਰਕੇ ਮੈਂ ਕੁਝ ਤੁਹਾਨੂੰ ਹੋਰ ਐਸਪੈਕਟ ਦੇਣਾ, ਕੰਟਾਲੀ ਡਿਫਰੈਂਟ ਵਨ। ਅਸਲੀਅਤ ਇਹ ਹੈਗੀ ਹੈ ਕਿ ਪੰਜਾਬ ਜਦੋਂ ਗ੍ਰੀਨ ਐਵੋਲੂਸ਼ਨ ਸਟਾਰਟ ਕੀਤੀ 78 ਚ ਨੇ ਝੋਨਾ ਲੈਣ ਦਾ, ਤੇ ਗੱਲ ਸਿਰਫ ਇਹ ਸੀ, ਉਦੋਂ ਅਸੀਂ ਗ੍ਰੀਨ ਰੈਵੋਲੂਸ਼ਨ ਕਰਕੇ ਹਿੰਦੁਸਤਾਨ ਦਾ ਢਿੱਡ ਭਰ ਰਹੇ ਸਾਂ। ਤੁਸੀਂ ਸੁਣੀ ਨੇ ਗੱਲ ਕਿ ਇੰਦਰਾ ਗਾਂਧੀ ਤੇ ਜੌਨਸਨ ਨੂੰ ਮਿਲਣ ਆਈ ਪ੍ਰੈਜ਼ੀਡੈਂਟ ਨੂੰ, ਤੇ ਕਿ ਮੈਨੂੰ ਫੂਡ ਸਾਨੂੰ ਕਿੰਨਾ ਚਾਹੀਦਾ, ਕਣਕ ਚਾਹੀਦੀ ਹੈ, ਫੂਡ ਚਾਹੀਦੀ ਹੈ, ਤੇ ਉਹਨੇ ਇਹਨੂੰ ਚੰਗੀ ਤਰ੍ਹਾਂ ਮਤਲਬ ਚੈਲੰਜ ਦਿੱਤਾ, ਤੁਹਾਨੂੰ ਸ਼ਰਮ ਨਹੀਂ ਆਉਂਦੀ, ਐਡਾ ਵੱਡਾ ਮੁਲਕ ਹੈ, ਤੁਸੀਂ ਐਵੇਂ ਮੰਗਤੇ ਬਣੇ ਫਿਰਦੇ ਹੋ। ਦੈਨ ਸ਼ੀ ਟਰਨ ਟੂ ਪੰਜਾਬ ਕਿ ਦਬਾ ਕੇ ਪ੍ਰੋਡਿਊਸ ਕੀਤੀ ਜੀ ਅਸੀਂ ਗ੍ਰੀਨ ਐਵੋਲੂਸ਼ਨ, ਪੁੱਛੋ ਹੀ ਨਾ, ਤੇ ਹਿੰਦੁਸਤਾਨ ਦਾ ਢਿੱਡ ਭਰ ਦਿੱਤਾ, ਤੇ ਉਹ ਖੁਸ਼ ਹੋ ਗਏ। ਹੁਣ ਕੀ ਹੋਇਆ, ਅਸੀਂ ਉਹਦੇ ਇਲਜ਼ ਦੇ ਵਿੱਚ ਏਦਾਂ ਕਮਲਿਆਂ ਤਰ੍ਹਾਂ ਜੂਝ ਕੇ ਲੱਗੇ ਰਹੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਸ਼ੁੱਡ ਸ਼ੇਅਰ ਦ ਬਲੇਮ। ਉਹਨਾਂ ਨੇ ਕੀ ਕੀਤਾ ਕਿ ਸਦੀਆਂ ਤੋਂ ਜਿਹੜੀ ਕਣਕ
ਜਿਹੜੀ ਕਿ ਸਾਡੀ origignal ਜੱਦੀ ਕਣਕ ਸੀ, ਜਿਹੜੀ ਕਿ all kind of insects ਨਾਲ ਡੀਲ ਕਰਦੀ ਕਰਦੀ immunity ਡਿਵੈਲਪ ਕਰ ਚੁੱਕੀ ਸੀ, ਉਹਨੂੰ ਚੱਕ ਕੇ ਬਾਹਰ ਮਾਰਿਆ। brought PL40, other the highest yielding thing. That highly yielding thing just could not cope with the insects, so they had to be put in a lot of spray, a lot of fertilizer. ਚਲੋ ਅਸੀਂ ਇੰਨਾ ਸਿਰ ਸੁੱਟ ਕੇ ਲੱਗੇ ਰਹੇ, ਉਧਰੋਂ ਬਿਜਲੀ ਫ੍ਰੀ ਕਰ ਦਿੱਤੀ, ਪਾਣੀ ਕੱਢ ਕੇ ਕਿਉਂਕਿ we all now know ਕਿ ਪੰਜਾਬ ਦਾ ਇਸ ਵੇਲੇ ਜ਼ਮੀਨ, ਪਾਣੀ ਤੇ ਹਵਾ ਪੋਲੂਟ ਹੋ ਚੁੱਕੇ ਹੈ। ਕੱਲਾ ਪੰਜਾਬ ਦਾ ਨੌਜਵਾਨ ਹੀ ਨਸ਼ਈ ਨਹੀਂ ਹੋਇਆ, ਪੰਜਾਬ ਦੀ ਜ਼ਮੀਨ ਵੀ ਨਸ਼ਈ ਹੋ ਚੁੱਕੀ ਹੈ। ਧਾਨ ਤੇ ਕਣਕ ਉਗਾ ਕੇ ਹਿੰਦੁਸਤਾਨ ਖਤਰਾ। ਇਹਦੇ ਚ ਹੁਣ ਨਿਊਟ੍ਰੀਸ਼ਨ ਬਿਲ ਖਤਮ ਹੈ, ਇਹਨੂੰ ਸਾਹ ਤੱਕ ਨਹੀਂ ਲੈਣ ਦੇ ਰਿਹਾ ਜ਼ਿਮੀਂਦਾਰ। ਕਣਕ ਖਤਮ ਹੁੰਦੀ, ਚੂਲਾ ਖਤਮ ਹੁੰਦਾ, ਬਾਲੋ ਕਣਕ ਬੁਲਾਓ ਉਹਨੂੰ ਉੱਥੇ। ਇਹਦੇ ਵਿੱਚ ਹੁਣ ਤੁਸੀਂ ਕੋਈ ਚੀਜ਼ ਬੀਜ ਨਹੀਂ ਸਕਦੇਗੇ ਕਿਉਂ ਇਹ ਮੱਚ ਮਰ ਚੁੱਕਿਆ ਇਹਦਾ, ਔਰ ਪਾਣੀ ਇੰਨਾ ਥੱਲੇ ਜਾ ਚੁੱਕਿਆ ਕਿ ਰੀਚਾਰਜ ਹੋਣਾ ਮੁਸ਼ਕਿਲ ਹੈ। ਇਸ ਵੇਲੇ ਕਿਸਾਨ ਆਪਣੇ ਆਪ ਇੰਨੀ ਪੈਰੀ ਕੁਹਾੜਾ ਮਾਰ ਕੇ ਹਿੰਦੁਸਤਾਨ ਦੇ ਢਿੱਡ ਭਰ ਕੇ ਇਸ ਵੇਲੇ ਬਜਾਏ ਇਸ ਦੇ ਕਿ ਦਾਤਾ ਬਣਦੀ ਬਜਾਏ ਬੈਗਰ ਸੀਟ ਤੇ ਬੈਠਾ ਹੈ, ਮੰਗਤਾ ਬਣਿਆ ਹੋਇਆ ਹੈ। ਇਹ ਅੱਜ ਸਾਡੀ ਸਟੇਜ ਅਸੀਂ ਆਪ ਕੀਤੀ ਹੈ। ਦਿਲਜੀਤ ਸਾਹਿਬ ਨੇ ਕਿਹਾ, ਬੜਾ ਚੰਗਾ ਕਿਹਾ ਗਿਆ, ਠੀਕ ਹੈ। ਪੰਜਾਬ ਨੇ ਬੜਾ ਜ਼ਿਆਦਾ ਝਾੜ ਲਈ, ਉਹ ਭਾਈਆ ਪਕਾਈ ਵੀ ਵਧ ਗਈ, ਜੇ ਝਾੜ ਵਧ ਗਈ ਤੇ ਪਕਾਈ ਵੀ ਵਧ ਗਈ। ਨੈਟ ਰਿਜ਼ਲਟ ਕਿਉਂ ਪਤਾ ਪੱਲੇ ਨਹੀਂ ਪਿਆਗਾ। ਮਸ਼ੀਨਰੀ, ਫਰਟੀਲਾਈਜ਼ਰ ਉਹਦੇ ਪਰ ਆ ਜਾਂਦੇ ਜਾ ਰਹੇ ਨੇ, ਲੇਕਿਨ ਫਾਲਸ ਪ੍ਰੋਸਪੈਰਿਟੀ ਨੇ ਸਾਡੇ ਬੰਦਿਆਂ ਦੇ ਅੰਦਰ ਸੋਸ਼ਲ ਡਿਗਰੇਡੇਸ਼ਨ ਇਹ ਨਹੀਂ ਲਿਆਂਦੀ, ਇੱਕ ਵਿਆਜ ਸਸਤ ਫੰਕਸ਼ਨ ਕਰਨੀ ਸ਼ੁਰੂ ਕਰ ਦਿੱਤੀਆਂ। ਇੱਥੋਂ ਤੱਕ ਕਿ ਅਸੀਂ ਇੰਨੇ ਪੈਰ ਫੈਲਾਏ ਕਿ ਸੋਸ਼ਲ ਪੁਆਇੰਟ ਆਫ ਵਿਊ ਨਾਲ ਅਸੀਂ ਇੰਨਾ ਖਲਾਰਾ ਕਰ ਦਿੱਤਾ ਔਰ ਇੰਨੀ ਚੀਜ਼ ਕਰ ਦਿੱਤੀ ਕਿ ਅਸੀਂ ਇਸ ਵੇਲੇ ਸੋਸ਼ਲੀ ਵੀ ਔਰ ਐਕਚੁਅਲੀ ਬਲੀਵ ਇਟ ਨਾਟ ਆਪਣੀ ਜਿਵੇਂ ਕਹਿੰਦੇ ਨਾ ਪ੍ਰੋਡਕਟਿਵ ਤੇ ਉਹਦੇ ਬੇਸਿਸ ਤੇ ਵੀ। ਐਂਡ ਕਲਚਰ ਯੂਥ ਸਾਡਾ ਕਿੱਥੇ ਖੜਾ ਹੈ, ਯੂਥ ਨੂੰ ਬਰਬਾਦ ਕਰ ਬੈਠੇ ਸੀ, ਬਿਲਕੁਲ ਉਹ ਵੀ ਕਿਹਾ। ਇਸ ਵੇਲੇ ਅਸੀਂ ਜਿਸ ਤਰੀਕੇ ਨਾਲ ਅਸੀਂ ਚੱਲੀ ਜਾ ਰਹੇ ਸਾਂ, ਉਹਨੇ ਸਾਡੇ ਵਾਸਤੇ ਕੋਈ ਬਹੁਤ ਪ੍ਰੋਸਪੈਰਿਟੀ ਨਹੀਂ ਲਿਆਂਦੀ। ਦੇਖਣ ਨੂੰ ਬੜਾ ਹੋਵੇ, ਕਾਰਾਂ ਵਧੀ ਤੁਰੀ ਫਿਰਦੀਆਂ, ਬਹੁਤ ਤੁਰੀ ਫਿਰਦੀਆਂ, ਲੇਕਿਨ ਹਰ ਇੱਕ ਦੇ ਅੰਦਰ ਕਰਜ਼ਾ ਹੈ ਔਰ ਹਰ ਇੱਕ ਕਰਜ਼ਾਈਆ, ਹਰ ਇੱਕ ਸੁਸਾਈਡ ਕਰੀ ਜਾ ਰਿਹਾ। ਹੁਣ ਕੀ ਅਸੀਂ, ਮੈਂ ਜਸਟੀਫਾਈ ਨਹੀਂ ਕਰ ਰਿਹਾ ਜੋ ਰੂਲ ਬਣੇ ਨੇ, ਦੇ ਆਰ ਰੋਂਗ ਐਂਡ ਐਬਸੋਲੂਟਲੀ ਰੋਂਗ। ਕੀ ਅਸੀਂ ਮੁੜ ਕੇ ਫਿਰ ਉਸੇ ਚੱਕਰ 'ਚ ਪੈਣਾ ਚਾਹੁੰਦੇ ਹਾਂ? ਝੋਨਾ ਫੇਰ ਉਗਾਈ ਚਲੋ, ਕਣਕ ਫੇਰ ਉਗਾਈ ਚਲੋ, ਸਾਨੂੰ ਦਿਓ ਜੀ ਮਿਨੀਮਮ ਪ੍ਰਾਈਸ। ਉਹ ਕੁਛ ਸੋਚੋ, ਲੌਂਗ ਰੇਂਜ ਸੋਚੋ। ਠੀਕ ਹੈ, ਇਹਨੂੰ ਕਰੈਕਟ ਕਰਾ ਲਓ। ਜੇ ਇੰਨੀ ਐਜੀਟੇਸ਼ਨ ਦੇ ਅੰਦਰ ਐਲੀ ਓਵਰਵੈਲਮਿੰਗ ਤੁਸੀਂ ਇਕੱਠੇ ਹੋਏ ਹੋ ਤੇ ਇਸ ਸਿਚੁਏਸ਼ਨ ਦਾ ਫਾਇਦਾ ਉਠਾਓ, ਇਹਨੂੰ ਸਮਹਾਉ ਦੀ ਅਦਰ ਚੈਨਲਾਈਜ਼ ਕਰੋ ਇੱਕ ਉਸ ਪਾਸੇ ਕਿ ਕਿਸਾਨੋ, ਇਹ ਜ਼ਿਮੀਂਦਾਰੋ, ਤੁਹਾਡੇ ਕੋਲ ਇਕੱਲਾ ਇਹ ਇਸ਼ੂ ਨਹੀਂ ਹੈਗਾ, ਤੁਹਾਡੇ ਕੋਲ ਇਸੇ ਇੰਨੀ ਨੇ ਕਿ ਤੁਹਾਡਾ ਯੂਥ ਜਿਹੜਾ ਹੈਗਾ ਉਹ ਖਤਮ ਹੋ ਰਿਹਾ। ਅੰਪਲੋਇਮੈਂਟ ਬੇਸ ਕੋਈ ਨਹੀਂ ਰਹੀ ਉੱਥੇ। ਇਸ ਵੇਲੇ ਪੰਜਾਬ ਇਜ਼ ਅ ਕੰਜ਼ਿਊਮਰ ਸਟੇਟ, ਹਰਿਆਣਾ ਇਜ਼ ਅ ਮੈਨੂਫੈਕਚਰਿੰਗ ਸਟੇਟ। 110 ਟੈਕਸਟਾਈਲ ਮਿਲਸ ਹੁੰਦੇ ਸੀ ਅੰਮ੍ਰਿਤਸਰ 'ਚ, ਇਸ ਵੇਲੇ ਸਿਰਫ 50 ਰਹਿ ਗਏ ਨੇ। 1500 ਸਮਾਲ ਸਕੇਲ ਇੰਡਸਟਰੀਜ਼ ਹੁੰਦੀਆਂ ਸੀਗੀਆਂ ਗੋਬਿੰਦਗੜ੍ਹ ਤੇ ਲੁਧਿਆਣੇ 'ਚ, ਸਿਰਫ 500 ਰਹਿ ਗਈਆਂ ਨੇ। ਇਸ ਵੇਲੇ ਕੋਈ ਵੀ ਇੰਡਸਟਰੀਅਲ ਬੇਸ ਉੱਥੇ ਹੈ ਨਹੀਂ, ਕੋਈ ਇੰਪਲੋਇਮੈਂਟ ਬੇਸ ਨਹੀਂ ਹੈ। ਡਾਕਟਰ ਸਾਹਿਬ ਸੋਲੂਸ਼ਨ ਕੀ ਹੈ ਥੋੜਾ? let me go back to pardon, ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜੇ ਐਜੀਟੇਸ਼ਨ ਕਰਨਾ ਹੈ ਤਾਂ ਕੀ ਅਸੀਂ ਕਿਸੇ ਸਿਆਣਪ ਤਰੀਕੇ ਨਾਲ ਇਸ ਐਜੀਟੇਸ਼ਨ ਨੂੰ ਸੈਂਟਰ ਦੇ ਖਾਤਰ ਵੀ ਕਰਨ ਦੇ ਬਜਾਏ ਕੁਝ ਇਸ ਪਾਸੇ ਵੀ ਨਾਲ ਦੀ ਨਾਲ ਮੋੜਾ ਜਾਈਏ ਵੀ ਭਾਈ ਸਾਨੂੰ ਹੁਣ ਜਾਗਣਾ ਪੈਣਾ ਹੈ ਕਿ ਅਸੀਂ ਇਦਾਂ ਕਰਨ ਦੇ ਨਾਲ ਇਸ ਜਗ੍ਹਾ ਤੇ ਖੜੇ ਹਾਂ ਕਿ ਸਾਡੀ ਜ਼ਮੀਨ, ਪਾਣੀ ਪੋਲੂਟ ਹੋ ਚੁੱਕਿਆ, ਸਾਡਾ ਬੱਚੇ ਤੇ ਇਹਦੇ ਨਸ਼ੇ ਹੋ ਚੁੱਕੇ ਹੈ, ਸਾਡੇ ਪਿੰਡ ਉਜੜ ਰਹੇ ਨੇ, ਸਾਡੀ ਇੰਡਸਟਰੀ ਖਤਮ ਹੋਈ ਹੈ। ਇਸ ਕਰਕੇ ਭਾਈ ਅਸੀਂ ਉੱਠੋ, ਕਰੋ। ਹੁਣ ਤੁਸੀਂ, ਆਈ ਐਮ ਸੌਰੀ ਟੂ ਸੇ ਦਿਸ ਥਿੰਗ, ਕਿ ਅਸੀਂ ਅੰਕੜੇ ਕਦੇ ਇਕੱਠੇ ਨਹੀਂ ਕਰਦੇ ਗਏ। ਅਸੀਂ 60 to 70% ਆਫ ਆਲ ਰੈਵਨਿਊ ਜੇ ਕਲੈਕਟ ਕਰਦੇ ਆ ਗਵਰਨਮੈਂਟ ਪੰਜਾਬ ਦੀਆਂ, that goes to pay their salaries। ਇੱਕ ਜੇ ਐਮਐਲਏ ਦੇਖੋ ਨਾ ਕਿੰਨੇ ਉਹਦੇ ਆਸੇ ਪਾਸੇ ਪੈਰਾਫਰਨਲ ਹੁੰਦਾ ਹੈ, ਉਹਨੂੰ ਮੈਡੀਕਲ ਫ੍ਰੀ ਹੁੰਦੀ ਹੈ, ਕਰੋੜਾਂ ਰੁਪਇਆ ਉਹ ਆਪਣੀ ਮੈਡੀਕਲ ਤੇ ਖਰਚ ਕਰਦੇ ਨੇ, ਦਵਾਈ ਜਾਂਦੀ ਹੈ। ਆਲ ਆਮ ਟ੍ਰਾਈਂਗ ਟੂ ਸੇ ਦਿਸ ਥਿੰਗ ਕਿ ਅੱਜ ਉਹ ਕਹਿੰਦੇ ਨੇ ਸਾਨੂੰ ਸ਼ਰਾਬ ਨਾਲ ਰੈਵਨਿਊ ਬਣਾਉਂਦਾ ਹੈ। ਐਕਚੁਅਲੀ ਜੇ ਸਟੈਟਿਸਟਿਕਸ ਇਕੱਠੀ ਕੀਤੀ ਜਾਵੇ ਤਾਂ ਲਿਕਰ ਰਿਲੇਟਡ ਐਕਸੀਡੈਂਟਸ ਖਰਚਾ, ਲਿਕਰ ਰਿਲੇਟਡ ਫੈਮਲੀਆਂ ਉਜੜਨ ਦਾ ਖਰਚਾ, ਲਿਕਰ ਰਿਲੇਟਡ ਬਿਮਾਰੀਆਂ ਤੇ ਖਰਚਾ, ਲਿਕਰ ਰਿਲੇਟਡ ਮੁਕੱਦਮੇਬਾਜ਼ੀ ਤੇ ਖਰਚਾ, ਉਹ ਸਾਰੇ ਇਕੱਠੇ ਕਰੋ ਨਾ, ਇਟਸ ਫਾਰ ਮੋਰ ਦੈਨ ਵਾਟ ਦ ਰੈਵਨਿਊ ਪੰਜਾਬ ਗਵਰਨਮੈਂਟ ਤੁਹਾਨੂੰ ਰਾਬ ਕਰ ਰਹੇ ਨੇ। ਇਫ ਦੀ ਸਟੈਟਿਸਟਿਕਸ ਇਕੱਠੇ ਕਰੋ ਚੰਡੀਗੜ੍ਹ ਦੇ, ਫਾਰ ਐਗਜ਼ਾਮਪਲ, ਸਿੰਪਲ ਜੀ ਗੱਲ ਹੈ, ਜੋ ਜੀ ਯੂਟੀ ਹੈ ਜੀ, ਸਾਡਾ ਕੋਈ ਪੰਜਾਬ ਦੇ ਬੰਦਾ ਕਹਿੰਦਾ ਜੀ ਪੰਜਾਬ ਚਲਾ ਗਿਆ ਤੇ ਮੱਝਾਂ ਆ ਜਾਣਗੀਆਂ। ਐਕਚੁਅਲੀ ਜੇ ਸਟੈਟਿਸਟਿਕਸ ਇਕੱਠੇ ਕਰੋ ਚੰਡੀਗੜ੍ਹ ਦੇ, ਜਿੰਨਾ ਰੈਵਨਿਊ ਯੂਟੀ ਇਕੱਠਾ ਕਰਦੀ ਹੈ
ਆਊਟ ਆਫ ਸੇਲਸ, ਆਊਟ ਆਫ ਫਿਲਮ, ਬਲਕਿ ਇੱਥੇ ਤੱਕ ਰੈਂਟ ਲੈਂਦੀ ਹੈ ਗਵਰਨਮੈਂਟ ਤੋਂ ਖਿਆਲ, ਔਰ ਜਿੰਨਾ ਖਰਚਾ ਕਰਦੀ ਚੰਡੀਗੜ੍ਹ ਤੇ ਬਹੁਤ ਥੋੜਾ ਹੈ, ਉਹ ਰੈਵਨਿਊ ਹੁੰਦੀ ਹੈ। Anyway, I shouldn't compare. Let me just finish it up finally. All I'm saying is this thing is the aspect in terms of going against these three rules, and farmers are doing justifiably so, crying out कि भी क्यों कर रहे हैं, लेकिन crying out from a beggar's seat. We don't have any leverage left in us. जिन्हें से कैसे गवर्नमेंट ਨੂੰ ਅਸੀਂ ਇਹ ਬੰਦ ਕਰ ਦਾਂਗੇ ਤੁਹਾਨੂੰ ਨੁਕਸਾਨ ਹੋਏਗਾ। ਹੁਣ ਵੀ ਜੋ ਬੰਦ ਕਰ ਰਹੇ ਆ ਪੰਜਾਬ ਨੂੰ ਨੁਕਸਾਨ ਹੋ ਰਿਹਾ, ਉਹਨੂੰ ਸੈਂਟਰ ਨੂੰ ਕੀ ਹੋ ਰਿਹਾ? ਉਹ ਤਾਂ ਪਿੰਡ ਦੇ ਜੂਨ ਸਕ ਸਕਦੇ। ਤੋ ਮੈਂ ਇਸ ਚੀਜ਼ ਪੁੱਛਣਾ ਚਾਹਣਾ ਸਾਹਿਬ ਨੂੰ ਕਿ ਇਸ ਵੇਲੇ ਜਿੱਥੇ ਤੁਸੀਂ ਖੜੇ ਹੋ ਨਾ, ਕੀ ਤੁਸੀਂ ਕੋਈ ਐਸੀ ਚੀਜ਼ ਕ੍ਰੀਏਟ ਕਰ ਸਕਦੇ ਹੋ ਜਿਹਦੇ ਨਾਲ ਉੱਤੇ ਪ੍ਰੈਸ਼ਰ ਪਵੇ? ਇੱਕੋ ਚੀਜ਼ ਕ੍ਰੀਏਟ ਹੋਈ ਹੈ ਕਿ ਸਾਰਾ ਕਿਸਾਨ ਜਾਗ ਪਿਆ ਹੈ ਹਿੰਦੁਸਤਾਨ 'ਚ, ਉਹਦੇ ਨਾਲ ਪ੍ਰੈਸ਼ਰ ਹੁਣ ਬਿਲਡ ਹੋਏਗਾ। ਜੇ ਇਕੱਲਾ ਪੰਜਾਬ ਰਹਿ ਜਾਂਦਾ ਨਾ ਤੇ ਕੱਖ ਨਹੀਂ ਕਰਨਾ ਸੀ ਤੁਹਾਡੇ ਖਤਰ ਹੋ। ਹੁਣ ਥੋੜੀ ਉਮੀਦ ਬਣੀ ਹੈਗੀ ਹੈ, ਪਰ ਫਰਜ਼ ਕਰੋ ਇਹਦੇ 'ਚ ਅਮੈਂਡਮੈਂਟ ਆ ਜਾਂਦੀ ਹੈ, ਜਿਵੇਂ ਦਲਜੀਤ ਨੇ ਕਿਹਾ ਹੈਗਾ ਕਿ ਜੀ ਓਕੇ ਅਸੀਂ ਇਹ ਸਬਰ ਸਾਹਿਬ ਨੇ ਕਿਹਾ ਵੀ ਤੁਹਾਨੂੰ ਮਿਨੀਮਮ ਸਪੋਰਟ ਪ੍ਰਾਈਸ ਦੇਵਾਂਗੇ, ਇਹ ਅਮੈਂਡਮੈਂਟ ਆ ਗਈ। ਫਿਰ ਜੀ ਡਿਸੀਜਨ ਕਰਨਾ ਤਾਂ ਕੋਰਟ ਕਰ ਸਕਦੀ ਹੈ, ਫਿਰ ਜੀ ਕਿ ਤੁਹਾਡੀ ਜ਼ਮੀਨ ਕਦੀ ਕੁਰਕ ਨਹੀਂ ਹੋਏਗੀ, ਇਹ ਅਮੈਂਡਮੈਂਟ ਆ ਗਈਆਂ, ਅਸੀਂ ਸਕਸੈਸਫੁਲ ਹੋ ਗਏ, ਮੁੜ ਕੇ ਘਰਾਂ ਫਿਰ ਬੈਠੇ, ਮੁੜ ਕੇ ਫਿਰ ਉਸ ਚੱਕਰ 'ਚ ਪੈ ਗਏ, ਲਓ ਜੀ ਤਾਂ ਝੋਨਾ ਜੀ, ਲਓ ਜੀ ਉਹ ਥਨ। ਅਸੀਂ ਮੈਂ ਤੁਹਾਨੂੰ ਉਸ ਤੋਂ ਅੱਗੇ ਲੈ ਜਾਣਾ ਚਾਹੁੰਦਾ, ਹੋਪਿੰਗ that this will end into ਇਹਦੇ ਦੋ ਕਾਰਨ, ਦੋ ਪੋਸਿਬਿਲਿਟੀ ਹੈ ਐਜੀਟੇਸ਼ਨ ਹੈ। ਨੰਬਰ 1, it will fizzle out, ਉਹ ਕਿ ਕੋਈ ਐਸੀ ਚੀਜ਼ ਕਰਨ ਕਿ ਜਿਹਦੇ ਨਾਲ ਲੜਾਈ ਹੋਵੇ, ਵਾਇਲੈਂਸ ਹੋ ਜਾਏ, ਖਤਮ ਹੋ ਜਾਏ। ਦੂਜੀ ਪੋਸਿਬਿਲਿਟੀ ਇਹ ਹੈਗੀ ਕਿ ਅਮੈਂਡਮੈਂਟ ਆ ਕੇ ਜਿਹੜੀਆਂ ਚੀਜ਼ਾਂ ਸੁਜੈਸਟ ਕੀਤੀਆਂ ਸਮਰਾ ਸਾਹਿਬ ਨੇ, ਦਲਜੀਤ ਹੋਰਾਂ ਨੇ, ਕਿ ਜੀ ਮਿਨੀਮਮ ਪ੍ਰਾਈਸ ਸ਼ੋਰ ਕਰਨ, ਕੋਰਟ ਸਿਸਟਮ ਕਰਨ। ਦੂਜੀ ਪੋਸਿਬਿਲਿਟੀ ਹੈਗੀ ਆ, ਅਸੀਂ ਹੋਪ ਕਰਦੇ ਹਾਂ ਕਿ ਦੂਜੀ ਪੋਸਿਬਿਲਿਟੀ ਆ ਜਾਏ। ਜੇ ਉਹ ਆ ਜਾਏ ਤਾਂ ਉਦੋਂ ਅੱਗੇ ਰਾਈਟ ਵੇ ਦੇ ਸ਼ੁਡ ਸਟਾਰਟ ਥਿੰਕਿੰਗ ਕਿ ਅਸੀਂ ਜਿਹੜੀਆਂ ਐਜ਼ ਇਟ ਇਜ਼, ਜਿਵੇਂ ਉੱਥੋਂ ਵੀ ਕੁਝ ਬਾਹਰ ਨਿਕਲਣਾ, ਅਸੀਂ ਇਹ ਵੀ ਸੋਚਣ, ਹੁਣ ਟਾਈਮ ਉਹਨਾਂ ਸੋਚਣ ਵਾਸਤੇ। ਡੋਂਟ ਥਿੰਕ ਤੇ ਮੰਡੀ ਸਿਸਟਮ, ਮਿਨੀਮਮ ਪ੍ਰਾਈਸ ਸਿਸਟਮ ਵਿਦ ਝੋਨਾ ਐਂਡ ਕਣਕ is all prosperity for Punjab. No, that's not either. That is a sure thing that has been shown in all those years ਕਿ amendment ਲੈ ਕੇ ਸੈਂਟਰ ਗਵਰਨਮੈਂਟ ਤੋਂ ਇਹਨਾਂ ਕਰਕੇ ਆ ਕੇ ਅਸੀਂ ਖੁਸ਼ੀ ਢੋਲ ਵਜਾਈਏ ਵੀ ਅਸੀਂ ਜਿੱਤ ਲਿਆ। ਯੈਸ ਜਿੱਤ ਲਿਆ, ਪਰ you are back into the same routine which has gotten your land, ਪਾਣੀ pollute ਕਰਤਾ, so it is socially degeneration ਹੋਗੀ। There is a widespread degeneration, moral and ethical in Punjab. All this going on. Anyways, I'm done. Okay, Daljit ji, Dr. Saab is a very specialized dam system and electricity. बड़े suggestion ਦਿੰਦੇ ਰਹਿੰਦੇ ਨੇ। ਇੱਕ ਮੈਨੂੰ ਵੀ ਕਦੇ objection ਹੁੰਦਾ ਹੈਗਾ ਕਿ ਨੰਬਰ 1 ਜਿਹੜੇ ਤੁਹਾਡੇ MLA ਲੈ ਲਓ, ਕਾਂਗਰਸਮੈਨ ਨੇ, ਦੇ ਆਰ ਲਾਅ ਮੇਕਰਸ, ਕਿ ਤੁਸੀਂ ਇਹੋ ਜਿਹੇ ਬੰਦੇ ਨੂੰ ਬਣਾਉਣਾ ਕਿ ਵੋਟਾਂ ਲੈਣੀਆਂ ਜਾਂ ਕਿ ਰਿਸ਼ਤੇਦਾਰੀਆਂ ਰਲਦੀਆਂ ਨੇ। ਇੱਕ ਤਾਂ ਨੰਬਰ ਤੁਸੀਂ ਉਹ ਕੰਮ ਤੁਹਾਨੂੰ ਛੱਡਣਾ ਪੈਣਾ। ਯੂ ਆਰ ਡੂਇੰਗ ਮਿਸਟੇਕਸ ਲਾਸਟ 30-40 years। ਯੂਨਾਈਟਿਡ ਸਟੇਟ ਦੇ ਵਿੱਚ ਐਡੇ ਕਾਬਲ ਲੋਕ ਬੈਠੇ ਨੇ, ਤੁਹਾਨੂੰ ਤਾਂ ਲੋਕ ਇੱਥੇ ਪੇ ਕਰਦੇ ਨੇ ਉਹਨਾਂ ਤੋਂ ਸੁਜੈਸ਼ਨ ਲੈਣ ਦੀ ਖਾਤਰ, ਕੰਪਨੀਆਂ, ਜਿਵੇਂ ਵੱਡੀਆਂ ਕੰਪਨੀਆਂ। ਆਈ ਥਿੰਕ ਮੈਂ ਦਲਜੀਤ ਜੀ, ਤੁਸੀਂ ਕੁਆਲੀਫਾਈਡ ਪਰਸਨ ਹੈਗੇ ਹੋ, ਜਿੰਨੇ ਵੀ ਚਾਹੇ ਡਾਜ਼ਨਟ ਮੈਟਰ ਨੇ, ਚਾਹੇ ਕਾਂਗਰਸ 'ਚ ਆ, ਚਾਹੇ ਅਕਾਲੀ ਦਲ 'ਚ ਨੇ, ਲੋਕ ਇੰਨੇ ਦਿਨ ਰਾਤ ਉਹਨਾਂ ਦੀ ਦਿਲਚਸਪੀ ਰਹਿੰਦੀ ਹੈ ਤੁਹਾਡੇ ਨਾਲ ਕਿ ਤੁਹਾਨੂੰ ਸਪੋਜ਼ ਦਲਜੀਤ ਜੀ ਤੁਹਾਡੇ ਵਰਗੇ ਮਿਨਿਸਟਰ ਬਣ ਜਾਂਦੇ ਨੇ ਜਾਂ ਕੱਲ ਨੂੰ ਤੁਸੀਂ ਚੀਫ ਮਿਨਿਸਟਰ ਬਣ ਜਾਂਦੇ ਹੋ, what you will do? ਗਰੇਵਾਲ ਸਰ, ਸਭ ਤੋਂ ਇਸ਼ੂ ਤੇ ਇਹ ਹੈ ਸਰ, ਇਹ ਇਕੱਲਾ ਪੋਲੀਟੀਸ਼ੀਅਨ ਦੇ ਸਹੀ ਹੋਣ ਨਾਲ ਸਿਸਟਮ ਨਹੀਂ ਸਹੀ ਹੋਣਾ। what I feel is ਕਿ ਸਾਨੂੰ ਮਲਟੀਪਲ ਚੀਜ਼ਾਂ ਸਹੀ ਕਰਨੀਆਂ ਪੈਣਗੀਆਂ। ਸਾਨੂੰ ਆਪਣੀ ਪੋਲੀਟੀਕਲ ਸਿਸਟਮ ਨੂੰ ਸਹੀ ਕਰਨਾ ਪਊਗਾ, ਸਾਨੂੰ ਆਪਣੀ ਬਿਊਰੋਕ੍ਰੇਸੀ ਨੂੰ ਸਹੀ ਕਰਨਾ ਪਊਗਾ, ਸਾਨੂੰ ਆਪਣੀ ਸੋਸਾਇਟੀ ਨੂੰ ਸਹੀ ਕਰਨਾ ਪਊਗਾ, ਸਾਨੂੰ ਆਪਣੀ ਯੂਥ ਨੂੰ ਸਹੀ ਕਰਨਾ ਪਊਗਾ। ਯੂਥ ਜਦੋਂ ਘਰ 'ਚ ਹੁੰਦਾ ਹੈ, ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਦੇ ਮਾਂ-ਬਾਪ ਦੀ ਹੁੰਦੀ ਹੈ। ਸਰਕਾਰਾਂ ਘਰਾਂ 'ਚ ਕਿਸੇ ਯੂਥ ਨੂੰ ਕਿਸੇ ਵੀ ਇੱਕ ਡਾਇਰੈਕਸ਼ਨ 'ਚ ਲਿਜਾ ਨਹੀਂ ਸਕਦੀਆਂ, ਉਹ ਇੱਕ ਪਲੇਟਫਾਰਮ ਦੇ ਸਕਦੀਆਂ ਨੇ। ਆਪਣੇ ਬੱਚੇ ਨੂੰ ਸਹੀ ਸੰਸਕਾਰ ਜਾਂ ਆਪਣੇ ਬੱਚੇ ਨੂੰ ਸਹੀ ਕਾਉਂਸਲਿੰਗ ਕਰਨੀ ਉਹ ਮਾਂ-ਬਾਪ ਦਾ ਫਰਜ਼ ਹੈ। ਅੱਜ ਸਭ ਤੋਂ ਪਹਿਲਾਂ ਅਸੀਂ ਆਪਣੇ ਫਰਜ਼ ਭੁੱਲ ਚੁੱਕੇ ਹਾਂ। ਮਾਂ-ਬਾਪ ਹਰ ਚੀਜ਼ ਨੂੰ ਸਰਕਾਰ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਨੇ। ਬੱਚਾ ਅਸੀਂ ਪੈਦਾ ਕੀਤਾ, ਅਸੀਂ ਉਹਨੂੰ ਪੜ੍ਹਾਇਆ, ਸੰਸਕਾਰ ਵੀ ਸਾਡੇ ਦੇਣਾ ਫਰਜ਼ ਹੈ ਸਾਡਾ। ਸਾਨੂੰ ਉਹਨੂੰ ਨੈਗੇਟਿਵ ਔਰ ਪੋਜ਼ਿਟਿਵ ਚੀਜ਼ ਲਈ ਅਵੇਅਰ ਕਰਨਾ ਵੀ ਪੇਰੈਂਟਸ ਦਾ ਕੰਮ ਹੈ। ਹਰ ਕੰਮ ਸਰਕਾਰ ਦੇ ਉੱਪਰ ਆਪਾਂ ਛੱਡ ਕੇ ਔਰ ਕੋਸਣਾ ਨਹੀਂ ਕਰ ਸਕਦੇ। ਇਹ ਮੈਂ ਕਹਿ ਰਿਹਾ ਇਕੱਲਾ ਪੋਲੀਟੀਸ਼ੀਅਨ ਕੋਈ ਚੇਂਜ ਨਹੀਂ ਕਰ ਸਕਦਾ। ਜਦੋਂ ਪੰਜਾਬ 'ਚ ਅੱਤਵਾਦ ਖਤਮ ਹੋਇਆ, ਕਿ ਸਰਕਾਰ ਇਕੱਲੀ ਨਹੀਂ ਖਤਮ ਕਰਤਾ? ਜਿੰਨੇ ਤੱਕ ਉਹਨੂੰ ਸੋਸਾਇਟੀ ਦੀ ਸਪੋਰਟ ਨਹੀਂ ਮਿਲੀ, ਉਹਨੂੰ ਸਿਸਟਮ ਦੀ ਸਪੋਰਟ ਨਹੀਂ ਮਿਲੀ, ਇੱਕ
ਇੱਕ ਪਰਸਨ ਜਾਂ ਇੱਕ ਪਾਰਟ ਕਿਸੇ ਵੀ ਸਰਕਾਰ ਦਾ ਉਹ ਚੀਜ਼ ਖਤਮ ਨਹੀਂ ਕਰ ਸਕਦਾ। ਇਹ ਸਾਨੂੰ ਸਾਰਿਆਂ ਨੂੰ ਯੂਨਾਈਟ ਹੋਣਾ ਪਊਗਾ, ਹਰ ਕਿਸੇ ਨੂੰ ਆਪਣੀ ਰਿਸਪੌਂਸਿਬਿਲਿਟੀ ਨੂੰ ਵੀ ਸਮਝਣਾ ਪਊਗਾ। ਸਿਰਫ ਅਸੀਂ ਕੋਸ ਕੇ ਕਿਸੇ ਨੂੰ, ਇੱਕ ਪਾਰਟ ਨੂੰ ਕੋਸ ਕੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦੇ। ਸਾਨੂੰ 1 2 3 4 5 ਹੌਲੀ 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 ਸਾਰਿਆਂ ਨੂੰ ਆਪਣੇ ਰੋਲ ਪਲੇ ਕਰਨੇ ਚਾਹੀਦੇ ਨੇ। ਅੱਜ ਅਸੀਂ 1% ਰੋਲ ਪਲੇ ਕਰਾਂਗੇ, ਉਹ ਮਲਟੀਪਲਾਈ ਹੋ ਕੇ ਕੱਲ 10% ਹੋਊਗਾ, 20% ਹੋਊਗਾ। ਜੇ ਲੋਕ ਸਹੀ, ਸੁਸਾਇਟੀ ਸਾਡੀ ਜਾਗਰੂਕ ਹੋਗੀ, ਮੈਂ ਤੁਹਾਨੂੰ ਗਰੰਟੀ ਨਾ ਕਹਿਣਾ ਪੋਲੀਟੀਸ਼ੀਅਨ ਵੀ ਜਾਗਰੂਕ ਹੈ ਔਰ ਬਿਊਰੋਕ੍ਰੇਸੀ ਵੀ ਇਸੇ ਦਿਨ ਜਾਗਰੂਕ ਹੋਗੀ। ਪੋਲੀਟੀਸ਼ੀਅਨ ਨੂੰ ਆਪਣੀ ਸੁਸਾਇਟੀ ਦੀ ਨਬਜ਼ ਬਹੁਤ ਚੰਗੀ ਤਰ੍ਹਾਂ ਪਤਾ ਹੁੰਦੀ ਹੈ। ਜੇ ਤੁਸੀਂ ਕਿਸੇ ਪੋਲੀਟੀਸ਼ੀਅਨ ਦੇ, ਜਦੋਂ ਤੁਸੀਂ ਬਹੁਤ ਮੈਂ ਬੀਇੰਗ ਅ ਪੋਲੀਟੀਸ਼ੀਅਨ ਅੱਜ ਗੱਲ ਨਹੀਂ ਕਰ ਰਿਹਾ ਇੱਥੇ, ਮੈਂ ਇੱਕ ਯੂਥ ਦੇ ਤੌਰ ਤੇ ਗੱਲ ਕਰ ਰਿਹਾ। ਮੇਰੀ ਆਪਣੀ ਭਾਵਨਾ ਹੈ, ਮੈਂ ਉਹ ਤੁਹਾਨੂੰ ਸ਼ੇਅਰ ਕਰ ਰਿਹਾ। ਅੱਜ ਦਾ ਯੂਥ ਸੋਚਦਾ ਕੀ ਹੈ? ਜਦੋਂ ਤੁਸੀਂ ਕਿਸੇ ਪੋਲੀਟੀਸ਼ੀਅਨ ਦੇ ਜਦੋਂ ਇਲੈਕਸ਼ਨ ਲੜਨ ਆਉਂਦਾ 5 ਤੋਂ 7 ਕਰੋੜ ਰੁਪਇਆ ਵਟ ਐਵਰ ਜੋ ਵੀ ਖਰਚਾ ਆਉਂਦਾ ਕਰਵਾਉਂਦੇ ਹੋ, ਕੌਣ ਕਰਵਾਉਂਦਾ? ਲੋਕ ਕਰਵਾਉਂਦੇ ਨੇ। ਜਦੋਂ ਤੁਸੀਂ ਉਹਨੂੰ ਇਹ ਕਹਿੰਦੇ ਹੋ ਕਿ ਤੂੰ ਅੱਜ ਖਰਚਾ ਨਹੀਂ ਕਰਨਾ, ਤੂੰ ਆਪਣਾ ਏਜੰਡਾ ਲੈ ਕੇ ਆ, ਅਸੀਂ ਏਜੰਡੇ ਤੇ ਵੋਟ ਕਰਾਂਗੇ, ਅਸੀਂ ਤੇਰਾ ਖਰਚਾ ਨਹੀਂ ਕਰਨ ਦੇ, 5 ਸਾਲ ਬਾਅਦ ਉਸ ਏਜੰਡੇ ਤੇ ਗੱਲ ਕਰੋ। ਆਪਾਂ ਸੁਸਾਇਟੀ 'ਚ ਉਸ ਏਜੰਡੇ ਤੇ ਗੱਲ ਕਰਨ ਨੂੰ ਤਿਆਰ ਨਹੀਂ। ਪੋਲੀਟੀਸ਼ੀਅਨ ਤੇ ਗੱਲ ਕਰੂਗਾ ਕਿਉਂ? ਜਿੰਨੇ ਤੱਕ ਅਸੀਂ ਸੁਸਾਇਟੀ ਉਸ ਗੱਲ ਤੇ ਆਉਣ ਨੂੰ ਤਿਆਰ ਨਹੀਂ, I agree with you. ਦੇਖੋ ਤੁਸੀਂ ਕੁਝ ਕੰਟਰੀਆਂ ਦੀ ਸਾਡੇ ਕੋਲ ਐਗਜ਼ਾਮਪਲ ਨੇ, ਸਿੰਗਾਪੁਰ ਹੋਇਆ, ਉਸ ਤਰ੍ਹਾਂ ਦੀਆਂ ਲੀਡਰ ਹੁੰਦਾ ਨਾ, ਕੋਈ ਇੱਕ ਵੀ ਆ ਜਾਵੇ ਉਹ ਚੇਂਜ ਕਰ ਸਕਦਾ ਹੈਗਾ। ਦੇਖੋ ਕੈਪਟਨ ਸਾਹਿਬ ਇੱਥੇ ਆਏ ਸੀ, ਮੇਰੇ ਨਾਲ ਗੱਲਬਾਤ ਹੋਈ ਸੀ, ਮੈਂ ਉਹਨਾਂ ਨੂੰ ਕੋਈ ਗੱਲ ਕਹੀ ਸੀ ਕਿ ਲਾਅ ਐਂਡ ਆਰਡਰ ਨੰਬਰ 2 ਦੇ ਵਿੱਚ ਇੱਕ ਲਾਈਫ ਦੇ ਵਿੱਚ ਤੁਹਾਡੇ ਕੋਲ ਚਾਂਸ ਬਣ ਗਿਆ, ਔਰ ਇੱਥੇ ਬੈਠੇ ਸੀ ਸਾਰੇ ਲੋਕ। You are a politician, that's fine, you have education, but you do for our commit tomorrow. ਇਲੈਕਟ੍ਰਿਸਿਟੀ ਤੁਸੀਂ ਫ੍ਰੀ ਕਰਨੀ ਬੰਦ ਕਰੋਗੇ ਕਿ ਨਹੀਂ ਕਰੋਗੇ? ਤੁਸੀਂ ਤੁਹਾਡਾ ਆਪਣਾ ਏਜੰਡਾ ਲੋਕਾਂ ਨੂੰ ਮੇਰਾ ਏਜੰਡਾ ਜੋ ਤੁਸੀਂ ਮੈਨੂੰ ਪੁੱਛੋ, ਬੀਇੰਗ ਜੇ ਕੱਲ ਮੈਂ ਸਿਸਟਮ ਚਾਹੁੰਦਾ, ਮੇਰਾ ਏਜੰਡਾ ਸਭ ਤੋਂ ਪਹਿਲਾਂ ਹੋਗਾ ਇੱਥੇ ਇੰਪਲੋਇਮੈਂਟ ਜਨਰੇਟ ਕਰਨਾ ਔਰ ਚੀਜ਼ ਨੂੰ, ਫ੍ਰੀ ਚੀਜ਼ਾਂ ਨੂੰ ਬੰਦ ਕਰਨਾ ਔਰ ਸੁਸਾਇਟੀ ਨੂੰ ਸੈਲਫ ਮੇਡ ਕਰਨਾ। ਕਿਸੇ ਵੀ ਤੁਸੀਂ ਉਹਨੂੰ ਇੰਨਾ ਇਨਕਮ ਜਨਰੇਟ ਉਹਦੀ ਕਰਦੇ ਹੋ, ਉਹਨੂੰ ਤੁਹਾਡੀ ਕਿਸੇ ਵੀ ਸਪੋਰਟ ਦੀ ਲੋੜ ਨਾ ਪਵੇ, ਨਾ ਤੁਹਾਨੂੰ ਉਹਦੇ ਆਟੇ ਦਾਲ ਦੀ ਲੋੜ ਪਵੇ, ਨਾ ਉਹਨੂੰ ਫ੍ਰੀ ਰਾਸ਼ਨ ਦੀ ਲੋੜ ਪਵੇ, ਨਾ ਉਹਨੂੰ ਫ੍ਰੀ ਮੋਟਰਾਂ ਦੇ ਬੱਤੀ ਦੀ ਲੋੜ ਪਵੇ, ਨਾ ਉਹਨੂੰ ਪਾਣੀ ਦੀ ਲੋੜ ਪਵੇ। ਅਸੀਂ ਉਹਨੂੰ ਸੈਲਫ ਮੇਡ ਬਣਾਈਏ ਲੋਕਾਂ ਆਪਣਿਆਂ ਨੂੰ, ਨਾ ਕਿ ਅਸੀਂ ਉਹਨਾਂ ਨੂੰ ਆਦਤਾਂ ਖਰਾਬ ਕਰਕੇ ਫ੍ਰੀ ਤੇ ਬਾਂਧ ਕੇ ਕੱਲ ਜਦੋਂ ਸਰਕਾਰਾਂ ਸਪੋਰਟ ਨਹੀਂ ਕਰ ਪਾਉਂਦੀਆਂ, ਉਹੀ ਇੱਕ ਸਿਚੁਏਸ਼ਨ ਬਣਦੀ ਜਦੋਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਸੇ ਸਟੇਟ 'ਚ ਖਰਾਬ ਹੁੰਦੀ ਹੈ, ਕਿਉਂਕਿ ਅਸੀਂ ਆਪਣੇ ਲੋਕਾਂ ਨੂੰ ਨਿਖਿੱਧ ਬਣਾ ਦਿੰਦੇ ਹਾਂ, ਜਾਂ ਪੰਜਾਬੀ 'ਚ ਨਿਖਿੱਧ ਕਹਿ ਦਿੰਦੇ, ਜਿਹਨੂੰ ਕੰਮ ਕਰਨ ਤੋਂ ਨਿਕਾਰਾ ਕਰ ਦਿੰਦੇ ਆਪਣੀ ਕਿਸੇ ਵੀ ਲੋਕ ਨੂੰ। ਅੱਜ ਹਿੰਦੁਸਤਾਨ ਨਹੀਂ, ਪੰਜਾਬ 'ਚ ਵੀ ਸਭ ਤੋਂ ਵੱਧ ਜੇ ਪਾਪੂਲੇਸ਼ਨ ਹੈ, ਯੂਥ ਪਾਪੂਲੇਸ਼ਨ ਹੈ। ਜੇ ਪਰਸੈਂਟੇਜ ਵੇਜ਼ ਦੇਖੇ, ਜੇ ਅੱਜ ਅਸੀਂ ਆਪਣੇ ਯੂਥ ਨੂੰ ਪ੍ਰੋਡਕਟਿਵ ਪਾਸੇ ਨਾਲ ਲਾਇਆ ਔਰ ਫ੍ਰੀ ਚੀਜ਼ਾਂ ਤੇ ਲਾਇਆ ਤਾਂ ਕਿ ਰਾਸ਼ਨ ਵੀ ਮਿਲ ਜੂਗਾ, ਤੈਨੂੰ ਪਾਣੀ ਵੀ ਫ੍ਰੀ ਮਿਲ ਜੂਗਾ, ਤੇਰੀ ਨੰਬਰ 1 ਇੱਕ ਜੌਬ ਕ੍ਰੀਏਟ, ਨੰਬਰ 2 ਇੱਕ ਤੁਹਾਡਾ ਜੌਬ ਕ੍ਰੀਏਟ ਦਾ ਨੰਬਰ 1 ਆਈ ਲਾਈਕ ਇਟ, ਨੰਬਰ 2 ਸੈਕਿੰਡ ਸਾਨੂੰ ਆਪਣਾ ਐਜੂਕੇਸ਼ਨ ਸਿਸਟਮ, ਪਬਲਿਕ ਐਜੂਕੇਸ਼ਨ ਸਿਸਟਮ ਨੂੰ ਸਟਰੋਂਗ ਕਰਨਾ ਪਊਗਾ, ਉਹਦੇ 'ਚ ਲੋਕਾਂ ਨੂੰ ਅਵੇਅਰ ਕਰਨਾ ਪਊਗਾ, ਔਰ ਥਰਡ ਤੁਹਾਨੂੰ ਹੈਲਥ ਸਿਸਟਮ। ਜੇ ਅਸੀਂ ਆਪਣੇ 3 ਸਿਸਟਮ ਤੇ ਵਰਕਆਊਟ ਕਰ ਲਈਏ, ਐਜੂਕੇਸ਼ਨ ਸਿਸਟਮ, ਹੈਲਥ ਸਿਸਟਮ ਔਰ ਇੰਪਲੋਇਮੈਂਟ ਜਨਰੇਸ਼ਨ, ਮੈਨੂੰ ਲੱਗਦਾ ਹੈ ਸਟੇਟਾਂ ਆਪਣੇ ਆਪ ਪੈਰਾਂ ਤੇ ਖੜੀਆਂ ਹੋਣਾ ਸ਼ੁਰੂ ਹੋ ਜਾਣਗੀਆਂ। ਓਕੇ, ਹਰਭਜਨ ਸਮਰਾ ਜੀ, ਯੂ ਵਾਂਟ ਟੂ ਸੇ ਸਮਥਿੰਗ? ਹਰਭਜਨ? ਹਾਂਜੀ, ਦੇਖੋ ਜਿਹੜੀ ਪਬਲਿਕ ਦੀ ਹੁੰਦੀ ਹੈ ਨਾ, ਪਬਲਿਕ ਦਾ ਕੰਮ ਤੇ ਹੁੰਦਾ ਵੋਟ ਪਾਉਣਾ। ਪਬਲਿਕ ਇਜ਼ ਨਾਟ ਦੈਟ ਐਜੂਕੇਟਡ, ਦੇ ਆਰ ਪੋਲੀਟੀਕਲ ਟੂ ਬੀ ਪੋਲੀਟੀਕਲ ਟੂ ਕੰਟਰੋਲ। ਮੈਂ ਇੱਕ ਆਨਸਰ ਸਰ ਤੁਹਾਡਾ ਇੱਕ ਆਨਸਰ, ਪੰਜਾਬ ਦੇ ਲੋਕ ਆਪਾਂ ਇਹ ਨਹੀਂ ਮੰਨ ਸਕਦੇ ਕਿ ਉਹ ਅਵੇਅਰ ਨਹੀਂ ਹੈ। ਪੰਜਾਬ ਦੇ ਲੋਕ ਬਹੁਤ ਅਵੇਅਰ ਨੇ, ਅਸੀਂ ਡੇ ਟੂ ਡੇ ਉਹਨਾਂ ਨਾਲ ਡੀਲ ਕਰਦੇ ਹਾਂ। ਅਸੀਂ ਇਸ ਚੀਜ਼ ਨੂੰ ਇਗਨੋਰ ਨਾ ਕਰੀਏ ਕਿ ਪੰਜਾਬ ਦੇ ਲੋਕ ਅਵੇਅਰ ਨਹੀਂ। ਦਿਲਜੀਤ ਸਿੰਘ, ਲੋਕੀ ਅਵੇਅਰ ਜਿੰਨੇ ਮਰਜ਼ੀ ਹੋ ਜਾਣ, when political leaders are sold out, what public can do? Public can only vote whatever the issues they like, but after they get elected, ਜਦੋਂ ਉਹਨਾਂ ਦੀ ਇਲੈਕਸ਼ਨ ਹੋ ਜਾਂਦੀ, ਫਿਰ ਉਹ ਕੀ ਕਰਦੇ ਆ, ਉਹਨੂੰ ਤਾਂ ਪਬਲਿਕ ਕੰਟਰੋਲ ਨਹੀਂ ਨਾ ਕਰ ਸਕਦੀ। ਹੁਣ ਇਸ਼ੂ ਅੱਜ ਦੇ ਨਹੀਂ ਸ਼ੁਰੂ ਹੋਏ, ਇਸ਼ੂ ਇਹ ਪਹਿਲਾਂ ਦੇ ਆ। ਤੋਂ ਬਾਅਦ ਇਹਨਾਂ ਨੇ ਪੰਜਾਬ ਨੂੰ ਦੇ ਦਿੱਤੇ ਥਰਮਲ ਪਲਾਂਟਸ। ਪੰਜਾਬ ਦੇ ਵਿੱਚ ਭਾਖੜਾ ਡੈਮ ਹੋਵੇ, ਪੰਜਾਬ ਦੇ ਵਿੱਚ ਉਹ ਨੇਚਰਲ ਸੋਰਸਸ ਹੋਣ ਜਿਹਦੇ ਨਾਲ ਪੰਜਾਬ ਦਾ ਵਾਤਾਵਰਨ, ਜਿਹੜਾ ਮੌਸਮ ਆ, ਜਿਹੜਾ ਉਹਦਾ ਏਅਰ ਕੁਆਲਿਟੀ ਠੀਕ ਰਹਿ ਸਕੇ, ਉਹਨੂੰ ਖਰਾਬ ਕਰਨ ਲਈ। ਕਿਉਂਕਿ ਪੰਜਾਬ ਇਜ਼ ਏ ਬਿਗ ਵੈਲੀ, ਉਹਦੇ ਵਿੱਚ ਉਹਦਾ ਜਿਹੜਾ ਸਭ ਤੋਂ ਵੱਡਾ ਇਹੋ ਹੀ ਆ ਵੀ ਉਹਦਾ ਪੌਣ ਪਾਣੀ, ਪਵਨ ਗੁਰੂ ਪਾਣੀ ਪਿਤਾ ਜਦੋਂ ਤੋਂ ਕਿਹਾ ਹੋਇਆ, ਉਹੋ ਹੀ ਸਾਰਾ ਇੱਕ ਇਹਨਾਂ ਦਾ ਇੱਕ ਬਹੁਤ ਵੱਡਾ ਐਸੈਟ ਸੀ। ਉਹਨੂੰ ਗੰਦਲਾ ਕਰਨ ਲਈ ਉੱਥੇ ਥਰਮਲ ਪਲਾਂਟ ਲਾਏ ਗਏ। ਯੈਸ, ਵੀ ਆਰ ਨਾਟ, ਆਮ ਏ ਪਬਲਿਕ, ਵੀ ਆਰ ਨਾਟ ਅਗੇਂਸਟ ਕਿ ਬਿਜਲੀ ਜਿਹੜੀ ਆ ਉਹ ਦਿੱਲੀ ਨੂੰ ਜਾਵੇ ਜਾਂ ਬਾਹਰਲੀਆਂ ਸਟੇਟਾਂ ਨੂੰ ਜਾਵੇ ਜਾਂ ਜਿੱਥੇ ਮਰਜ਼ੀ ਜਾਵੇ, ਪਰ ਜੇ ਪੰਜਾਬ ਤੋਂ ਵਾਧੂ ਆ ਤਾਂ ਪਹਿਲਾਂ ਪੰਜਾਬ ਨੂੰ ਨੇਚਰਲ, ਜਿਹਦੇ ਨਾਲ ਤੁਹਾਡਾ ਵਾਤਾਵਰਨ ਕਲੀਨ ਰਹਿ ਸਕਦਾ, ਉਹ ਸ਼ੇਅਰ ਪੰਜਾਬ ਨੂੰ ਮਿਲਣਾ ਚਾਹੀਦਾ ਸੀ। ਇੱਥੇ ਕਿੱਡੀ ਦੂਰੋਂ ਆ ਕੇ ਕੋਲਾ ਆਉਂਦਾ, ਕੋਲੇ ਦੀ ਢੋ ਢਵਾਈ, ਉਹਦਾ ਖਰਚਾ
ਕੀ ਇਹ ਜਿਹੜੇ ਕੋਲੇ ਥਰਮਲ ਪਲਾਂਟ ਆ ਉਹ ਰਸਤੇ 'ਚ ਨਹੀਂ ਲਾ ਸਕਦੇ ਸੀ ਜਿੱਥੇ ਇਹਨਾਂ ਦੀ ਟਰਾਂਸਪੋਰਟੇਸ਼ਨ ਘੱਟ ਪਵੇ? ਵਾਈ ਦੇ ਆ ਇਨ ਪੰਜਾਬ ਦੇ ਵਿੱਚ ਤਾਂ ਨੇਚਰ ਸੋਰਸਸ ਆਰ ਸੋ ਮੈਨੀ. ਨਾਓ ਯੂ ਕੈਨ, ਇਫ ਯੂ ਆਰ ਲੀਡਰ ਗੋਇੰਗ ਟੂ ਬੀ future potential leader of ours, Punjab can do lot more on the solar energy. Take out all the thermal plants from there. Dr. Saab, go ahead. ਨਹੀਂ ਸਮਝਦਾ ਹੂੰ ਕਾਰਨ ਗੱਲ हाँ, ਕਿਉਂਕਿ ਗੱਲ ਏਦਾਂ ਚੱਲ ਪਈ ਹੈਗੀ ਹੈ ਤੇ ਮੈਂ ਫਾਰਮ ਦੇ ਇੰਜੀਨੀਅਰ ਵੀ ਹਾਂਗਾ. ਦੇਖੋ ਦੋ ਤਿੰਨ ਗੱਲਾਂ ਨੇ. ਇੱਕ ਮਿੰਟ, ਸਾਹਮਣੇ ਬਿਲਕੁਲ ਸਹੀ ਗੱਲ ਕਹੀ ਹੈ ਤੇ ਮੈਂ ਦਲਜੀਤ ਸਿੰਘ ਨੇ ਜਲਦ ਜਵਾਬ ਦੇਣਾ ਐਮਪਲੋਇਮੈਂਟ ਬੇਸ ਬਾਰੇ. ਪਹਿਲੀ ਗੱਲ ਤਾਂ ਲੈਟ ਮੀ ਜਸਟ ਫਿਨਿਸ਼ ਦਿਸ ਅਪ. ਕਿਸੇ ਵੀ ਮੁਲਕ ਦੇ ਵਿੱਚ ਥਰਮਲ ਪਲਾਂਟ ਨਹੀਂ ਲੱਗ ਰਹੇ ਨੇ. ਅਨਫੋਰਚੂਨੇਟਲੀ ਅਸੀਂ ਲਗਾ ਰਹੇ ਹਾਂ. ਦੇਖੋ ਸੀ ਇੱਕ ਬਦਕਿਸਮਤੀ ਪੰਜਾਬ ਦੀ, ਜਿਹੜੇ ਨਾ ਇਹ ਡਿਫਰੈਂਟ ਇਸ਼ੂ ਹੈ ਕਿ ਸਾਡੇ ਲੀਡਰਾਂ ਨੇ ਸਾਨੂੰ ਕਿਵੇਂ ਬਰਬਾਦ ਕੀਤਾ. ਪ੍ਰਤਾਪ ਸਿੰਘ ਕੈਰੋ ਨੇ ਆਪਣੀ ਚੀਫ ਮਿਨਿਸਟਰੀ ਰੱਖਣ ਖਾਤਰ ਰਾਜਸਥਾਨ ਕਨਾਲ ਅਪਰੂਵ ਕਰਤੀ. ਉਹ ਪੰਜਾਬ ਦਾ ਹਿੱਕ ਚੀਰ ਕੇ ਜਾਂਦੀ ਹੈ ਤੇ ਸਾਨੂੰ ਉਹ ਚ ਡਰਾਪ ਤੱਕ ਨਹੀਂ ਮਿਲਦਾ ਤੇ ਕੋਈ ਉਹਦੇ ਆਵਾਜ਼ਾ ਨਹੀਂ ਮਿਲਦਾ ਰਾਜਸਥਾਨ ਚੋਂ. ਅਸੀਂ ਸਾਡਾ ਨੈਚੁਰਲ ਸੋਰਸ ਸੀ, ਉਹ ਉਧਰ ਨੈਚੁਰਲ ਸੋਰਸ ਹੈਗਾ ਬਿਹਾਰ ਦਾ ਕੋਲਾ, ਸਾਨੂੰ ਉਹ ਖਰੀਦਣਾ ਪੈਂਦਾ, ਫਰੇਟ ਚਾਰਜ ਵੀ ਦੇਣੇ ਪੈਂਦੇ ਨੇ. ਚਲੋ ਅੱਛਾ, ਮੈਂ ਇਸ ਗੱਲ ਪਿੱਛੇ ਆਉਣਾ ਹਾਂਗਾ ਕਿ ਤੁਸੀਂ ਹੈਰਾਨ ਹੋਵੋਗੇ ਕਿ ਜੇ ਪੰਜਾਬ ਤੋਂ ਲੈ ਕੇ ਸ਼ਿਵਾਲਿਕ ਹਿੱਲ ਦੀ ਫੁੱਟਹਿਲ ਤੇ ਚਲੇ ਜਾਓ ਨਾ, ਤਲਵਾੜੇ ਤੱਕ ਜਾ ਕੇ ਪਠਾਨਕੋਟ ਕੋਲ ਹੈਗਾ, 136 ਸੀਜ਼ਨਲ ਚੋਏ ਨੇ. ਮੌਨਸੂਨ ਵੇਲੇ ਬੜਾ ਜ਼ਬਰਦਸਤ ਪਾਣੀ ਆਉਂਦਾ ਹੈ, ਮੋਸਟ ਆਫ ਟਾਈਮ ਉਹ ਬਰਬਾਦੀ ਕਰਕੇ ਤੇ ਫਲੱਡ ਕਰਕੇ ਚਲਾ ਜਾਂਦਾ ਹੈ. ਉੱਥੇ 136 ਚ ਉਹ ਨੇ ਜਿਨ੍ਹਾਂ ਚ 6 ਫੁੱਟ ਤੋਂ ਲੈ ਕੇ 8 ਫੁੱਟ ਦਾ ਫਾਲ ਹੈ. ਕੈਲੀਫੋਰਨੀਆ ਚ 2 ਦਰਿਆ ਨੇ ਤੇ 200 ਡੈਮ ਬਣੇ ਹੋਏ ਨੇ. ਇਹਨਾਂ ਦਾ ਸੈਨ ਪੈਬਲੋ ਕੇਬਲ ਡੈਮ ਹੈਜ਼ ਬੀਨ ਫੇਲਿੰਗ. I was appointed principal investigator. I did an investigation on it, figured out why it failed. We emptied the reservoir, we rebuilt it. It's functioning. Other dams too. ਮੈਂ ਉਹਨੂੰ ਕਿਹਾ ਯਾਰੋ, ਅਸੀਂ ਇੱਥੇ ਜੜੋਂ ਫੜ ਕੇ ਟੁੱਟੇ ਡੈਮ ਖੜਾ ਕਰਦੇ ਹਾਂ, ਤੁਹਾਨੂੰ ਡੈਮ ਬਣਾ ਕੇ ਦਿਖਾਣੇ ਆ. ਇੱਕ ਨਿੱਕਾ ਜਿਹਾ ਇੱਥੇ ਮਾਰਕੀਟ ਮਨੀ ਸਪੈਂਡ ਕਰੋ, let the corporation come and give the proposal. ਇਹ ਕੁਛ ਵੀ ਨਹੀਂ. ਅੱਜ ਕੱਲ ਅਰਦਨ ਡੈਮ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਕਿ ਲੋਕਲ ਸੋਇਲ ਯੂਜ਼ ਕਰਕੇ ਇੰਨਾ ਜ਼ਬਰਦਸਤ ਇਕਨੋਮਿਕਲ ਡੈਮ ਬਣਾਇਆ ਜਾ ਸਕਦਾ ਹੈ ਜਿਹਦੇ ਨਾਲ ਤੁਹਾਡੇ ਕੋਲੇ ਵਾਟਰ ਅਵੇਲੇਬਲ ਹੋਏਗਾ, ਤੁਹਾਡੇ ਕੋਲੇ ਅਨਾਰਮਲ ਅਮਾਊਂਟ ਇਲੈਕਟ੍ਰਿਸਿਟੀ ਜਨਰੇਟ ਹੋਏਗੀ. ਇੱਕ ਬੰਦਾ ਹੈ ਦਲਜੀਤ ਸਿੰਘ ਆਪਣੇ ਹਿਮਾਚਲ ਚ, ਉਹਨੇ ਆਪ ਇੱਕ ਡੈਮ ਬਣਾਇਆ ਹਿਮਾਚਲ ਨਿੱਕੇ ਜਿਹੇ ਦੇ ਵਿੱਚ, ਉਹ ਵੇਚਦਾ ਬਿਜਲੀ. ਚਰਨਜੀਵ ਹੈਗਾ ਜਸਟ ਨਾਓ ਰਿਟਾਇਰਡ ਸੈਕਟਰੀ ਫਰਮ ਕਰਨਾਟਕਾ. ਉਹਨੇ ਕੀ ਕੀਤਾ, ਜਦੋਂ ਪਾਣੀ ਸੀ ਕੋਈ ਕਾਵੇਰੀ ਰਿਵਰ ਉੱਥੇ ਜਾਂਦਾ ਹੈਗਾ, ਦੇਰ ਵਾਜ਼ ਪ੍ਰੋਬਲਮ ਕਿ ਉਹ ਆਂਧਰਾ ਵੀ ਜਾਂਦਾ ਤੇ ਕੇਰਲਾ ਵੀ ਜਾਂਦਾ, ਤਾਮਿਲਨਾਡੂ ਵੀ ਜਾਂਦਾ, ਉਹਦੇ ਵਾਸਤੇ ਪ੍ਰੋਬਲਮ ਜਸਟ ਲੇਕਿਨ ਪੰਜਾਬ ਕਿ ਸ਼ੇਅਰ ਕਰਨਾ ਕਿ ਨਹੀਂ ਕਰਨਾ. ਉਹਨੇ ਕੀ ਕੀਤੀ, ਸਕੀਮ ਬਣਾਈ ਇੱਕ ਵੀ ਉਹਨਾਂ ਰਿਵਰ ਦੇ ਉੱਤੇ ਉਹ ਤਿਆਰ ਕਰਕੇ ਵੀ ਏਦਾਂ ਸਟੋਰ ਕਰਾਂਗੇ, ਏਦਾਂ ਕਰਾਂਗੇ. ਹੀ ਸੈਂਟ ਦੈਟ ਟੂ ਵਰਲਡ ਬੈਂਕ ਲਈ ਲੋਨ ਦਿੱਤਾ ਤੇ ਉਹਨੇ ਉਹ ਡੈਮ ਬਣਾ ਲਿਆ ਉੱਥੇ. ਇਸੇ ਤਰ੍ਹਾਂ ਹੀ ਨਾਲ ਪੰਜਾਬ ਗਵਰਨਮੈਂਟ ਕੋਲ ਜੇ ਖਜ਼ਾਨਾ ਖਾਲੀ ਹੈ ਤੇ ਇਟ ਕੈਨ ਪ੍ਰਪੇਅਰ ਐਨ ਐਕਸਲੈਂਟ ਪ੍ਰਪੋਜ਼ਲ. Here is the availability of these possible hydroelectric generation. That's how we can build it. That will cost. Would you give us a loan? And approach it. Government should approach. It can be done. We could be free of this stupid thermal plant pollution. Batinda barbad karta. Hai kunu khanga lungs dote. Aur koi ja raha hai. Now, coming back to the employment base. It's easy to say कि youth वास्ते employment करो. हर youth, हर बच्चा कहता है ਉੱਥੇ ਇੰਸਟੀਟਿਊਸ਼ਨ ਇੰਨੇ ਬਣ ਚੁੱਕੇ ਐਜੂਕੇਸ਼ਨ ਦੇ, ਦੇ ਆਰ ਮੋਰ ਲਾਈਕ ਮਨੀ ਮੇਕਿੰਗ ਇੰਡਸਟਰੀਜ਼. ਆਰਟ ਤੇ ਦੀਆਂ ਡਿਗਰੀਆਂ ਦੇ ਜਾਂਦੇ ਨੇ ਔਰ ਸਾਰੇ ਕਹਿੰਦੇ ਨੇ ਗਵਰਨਮੈਂਟ ਜੌਬ ਦੇਵੇਗੀ, ਪੰਜਾਬ ਜੌਬ ਦੇਵੇਗੀ. ਦੇ ਸ਼ੁਡ ਸਟਾਪ ਲੁਕਿੰਗ ਫॉर ਜੌਬ. ਦੇ ਮਸਟ ਕ੍ਰੀਏਟ ਐਨ ਐਮਪਲੋਇਮੈਂਟ ਬੇਸ itself. Two ways to do it. One way is what Muhammad Yunus tried in Bangladesh. He created a small little bank to give seed money loan to ladies to start some in-house business. He finally got a Nobel Prize. The same way, if we could set up a small industrial trust, SGPC have 1,000 crore annual income. They can set up an industrial trust. Or we who are so rich, ਅਸੀਂ ਸਭ ਤੋਂ ਜ਼ਿਆਦਾ ਜਿਹਨੂੰ ਲੁਟੇਰੇ ਹਾਂ ਸਿੱਖ. ਚੰਡੀਗੜ੍ਹ ਦੇ ਵਿੱਚ 30% ਪਾਪੂਲੇਸ਼ਨ ਸਿੱਖਾਂ ਦੀ. ਚੰਡੀਗੜ੍ਹ ਗੋਲਫ ਕਲੱਬ ਦੀ 75% ਮੈਂਬਰ ਸਾਡੇ ਸਿੱਖਾਂ ਦੀ ਹੈ. ਉੱਥੇ ਬੈਠੇ ਜਕੜ ਮਾਰੀ ਜਾਣਗੇ, ਪੈਸੇ ਖਰਚਣਗੇ, ਉਹ ਰਿਟਾਇਰਡ ਹੈ, ਕੁਛ ਨਾ ਇੱਕ ਤੇਲਾ ਦਿੰਦੇ ਨਹੀਂ ਪੰਜਾਬ ਦੇ ਬੰਦੇ ਨੂੰ. ਜੇ ਕਿਤੇ ਅਸੀਂ ਕੁਝ ਵੀ $100 ਵੀ ਪੈਕ ਪਾ ਕੇ
ਇੱਕ ਇੰਡਸਟਰੀ ਟਰਸਟ ਬਣਾ ਦਈਏ ਨਾ ਥਰੂ ਉਹਦੇ, ਜਿਵੇਂ ਮੁਹੰਮਦ ਯੂਨਸ ਨੇ ਕੀਤਾ ਸੀਗਾ, ਅਸੀਂ ਸੀਡ ਮਨੀ ਦਈਏ ਬੱਚਿਆਂ ਨੂੰ ਕਿ ਬੱਚਿਓ ਤੁਸੀਂ ਐਂ ਕਰੋ, ਯੂ ਕੈਨ ਸੈਟ ਅਪ ਪਲੰਬਿੰਗ, ਯੂ ਕੈਨ ਬੀ ਸੈਟ ਅਪ ਆਟੋ ਮਕੈਨਿਕ, ਯੂ ਕੈਨ ਸੈਟ ਅਪ ਇਲੈਕਟ੍ਰੀਸ਼ੀਅਨ, ਯੂ ਕੈਨ ਸੈਟ ਅਪ ਆਟੋ ਮਕੈਨਿਕ। ਚੰਡੀਗੜ੍ਹ ਦੇ ਵਿੱਚ ਮੇਰਾ ਆਪਣਾ ਰਿਸ਼ਤੇਦਾਰ ਕਹਿੰਦਾ ਉਹ ਕਹਿੰਦੀ ਮੈਨੂੰ ਕਹਿੰਦੀ ਸਾਡੀ ਭੈਣ ਲੱਗਦੀ ਸੀ, ਕਹਿੰਦੀ ਅਸੀਂ ਜਦੋਂ ਕੋਈ ਪਲੰਬਰ ਖਰਾਬ ਹੁੰਦਾ ਸਰਦੀਆਂ ਦਾ ਭਈਆ ਹੁੰਦਾ, ਜੇ ਇਲੈਕਟ੍ਰਿਸਿਟੀ ਖਰਾਬ ਹੁੰਦੀ ਹੈ ਇਲੈਕਟ੍ਰਿਸਿਟੀ ਦਾ ਭਈਆ ਹੁੰਦਾ। ਅਸੀਂ ਵੀ ਕੈਨ ਕ੍ਰੀਏਟ ਸੱਚ ਸਮਾਲ ਸਕੇਲ ਜੌਬ। ਚੰਡੀਗੜ੍ਹ ਤੋਂ ਬਠਿੰਡੇ ਤੱਕ ਆਓ, ਕਾਰਾਂ ਤੇ ਕਾਰਾਂ ਭਰਿਆ ਪਿਆ, ਇੱਕ ਵੀ ਉੱਥੇ ਮਕੈਨਿਕ ਸ਼ਾਪ ਨਹੀਂ ਰਸਤੇ 'ਚ ਕੋਈ ਵੀ ਰਿਪੇਅਰ। Our youth should stop looking for job to the government. They can create jobs for themselves. Our natural resources of Punjab should be identified. Then industry must be set up incompatible with those resources. ਸਭ ਤੋਂ ਵੱਡਾ resources ਸਾਡੇ ਕੋਲ ਹੈਗਾ ਪਾਣੀ. I told you how to harness that. Then we grow agriculture products. Related to that, potato ਹੋਏ, ਮੈਂ ਤੁਹਾਨੂੰ example ਦੇਣਾ, ਬਹੁਤ ਜ਼ਿਆਦਾ ਹੋ ਗਈ, ਵਿਕ ਨਹੀਂ ਰਹੇ, ਕਿਸਾਨਾਂ ਨੇ ਸੜਕ ਤੇ। I buy myself blueprint of a potato chips factory, ਖੁਦ ਲਿਜਾ ਕੇ ਜਾ ਕੇ ਉਹ ਬਾਲ ਸਾਹਿਬ ਆ ਲਓ, ਮੈਂ ਇੰਜੀਨੀਅਰ ਭੇਜ ਦੇਣਾ, 4 ਫੈਕਟਰੀਆਂ ਲਗਾ ਦਿਓ, ਕਿਸਾਨਾਂ ਨੂੰ ਇਨਕਮ ਹੋਏਗੀ, ਬੱਚੇ ਨੂੰ ਜਾਬ ਹੋਏਗਾ। ਅੱਜ ਤੱਕ ਨਹੀਂ ਲਗਾਇਆ। ਯੂ ਕੈਨ ਸੈਟ ਅਪ ਅ ਸੀਰੀਅਲ ਫੈਕਟਰੀ, ਯੂ ਕੈਨ ਸੈਟ ਅਪ ਬਿਸਕੁਟ ਫੈਕਟਰੀ, ਯੂ ਕੈਨ ਸਭ ਤੋਂ ਬੈਸਟ ਪੋਸੀਬਲ ਕਾਟਨ ਸਾਡੇ ਇਲਾਕੇ ਹੁੰਦੀ ਹੈ ਬੋਰ ਦੇ ਵਿੱਚ, ਬਲੈਕ ਕਾਟਨ ਸੀਡ ਬੰਬੇ ਦੀ ਕੁਛ ਨਹੀਂ ਉਹਦੇ ਮੁਕਾਬਲੇ 'ਚ, ਲੇਕਿਨ ਸਾਡੇ ਇੱਕ ਗਿਨਿੰਗ ਫੈਕਟਰੀ ਤੱਕ ਨਹੀਂ ਗਈ, ਕੱਪੜੇ ਬਣਾਉਣ ਦੀ ਫੈਕਟਰੀ ਤੱਕ ਨਹੀਂ ਗਈ, ਉਹ ਅਹਿਮਦਾਬਾਦ ਲੱਗੀਆਂ ਹੋਈਆਂ। We can set up that. We have the best possible cotton around there. ਚੌਲ ਨੇ, ਇੰਨੀਆਂ ਸਬਜ਼ੀਆਂ ਸਾਡੇ ਕੋਲ ਹੈਗੀਆਂ, ਸਭ ਕੁਛ ਹੈਗਾ। We got to think hard enough. And the other natural resources we have are mechanized, naturally mechanized bent of mindset of Punjabis. ਲੁਧਿਆਣੇ ਜਾ ਕੇ ਦੇਖੋ ਕਰਕਟ ਲੇਥਰ ਲੱਗੀਆਂ ਹੋਈਆਂ, ਦੂਜੇ ਲੱਗੀਆਂ ਹੋਈਆਂ। ਅਸੀਂ parallel to GT Road, there is a railway line. Nowhere in the world you can have such a stable climate. Half a mile corridor either side could be set up as an industrial belt, and you can invite industry, Toyota, you assemble them. You can do all kind of things. The question is this: we are too engaged in terms of this thing. Now coming with the politician, let me say something else. I agree with Diljit ke taadi do man thon bajdi hai, jaisa raja tatha parja. But there's one thing here, I give you one example. The problem is this, that all politicians, not all, majority of the politicians have so brainwashed the general voter that they are the system. आज एक बंदा बड़ा सच्चा सुच्चा इन्हू वोटां पाओ, लेकिन इन्हू पाओ। जो सच्चा सुच्चा बंदा है ना, ਉਹਦੀ ਕੋਈ रिसोर्स नहीं, कोई पहुंच नहीं। ਇਹ ਬੰਦੇ ਪਹੁੰਚ ਬੜੀ ਹੈ, ਇਹ ਕੰਮ ਕਰਾਉਂਦਾ ਤੁਹਾਡੇ, ਉਹ ਆ ਕੇ ਇਹੀ ਕਹਿੰਦੇ ਤੁਹਾਡੇ ਕੰਮ ਕਰਾ ਦਾਂਗੇ, ਤੁਹਾਡੇ ਕੰਮ ਕਰਾ ਦੇ, ਤੁਸੀਂ ਕੀ ਕੰਮ ਕਰਾ ਦਾਂਗੇ। ਇੱਥੋਂ ਤੱਕ ਕਿ ਕੰਮ ਹੋਣਾ ਚਾਹੀਦਾ ਹੈ, ਸਿਸਟਮ ਆਲਰੇਡੀ ਹੈਗਾ, ਕੰਮ the work should flow through। ਇੱਕ ਕਲੈਕਟਰ ਐਪਲੀਕੇਸ਼ਨ ਲੈ ਕੇ ਮਾਰ ਕੇ ਬੈਠਾ ਰਹੇਗਾ ਜਿੰਨ ਤੋਂ ਪੈਸੇ ਨਹੀਂ ਦਿੰਦੇ ਉਹਨਾਂ ਚ। ਤਾਂ ਇਹਨਾਂ ਨੇ ਕੀ ਕੀਤਾ, ਪੋਲੀਟੀਸ਼ੀਅਨਸ ਨੇ ਸਾਨੂੰ ਇਦਾਂ ਸਾਡੇ ਦਿਮਾਗ 'ਚ ਇਹ ਗੱਲ ਬਿਠਾ ਦਿੱਤੀ ਕਿ ਦੇ ਆਰ ਦਾ ਸਿਸਟਮ, ਉਹ ਕੰਮ ਕਰਾਉਣਗੇ ਤੁਹਾਡਾ। ਉਹ ਬੰਦਾ ਕੀ ਕਰੇ ਵਿਚਾਰਾ, ਮਰਦਾ ਕਰਦਾ, ਜੋ ਕੰਮ ਨਹੀਂ ਹੁੰਦਾ ਉਹ ਕਹਿੰਦਾ ਚਲੋ ਜਾਓ ਜੀ, ਕਿ ਮੇਰਾ ਉੱਥੇ ਖੜਾ ਹੈ ਜੀ, ਹੁਣ ਜੇ ਨਿੱਕੀ ਜਿਹੀ ਗੱਲ ਕਰਕੇ ਨਾ ਇਹ ਮੇਰੇ ਤੇ ਐਫ ਆਈ ਕਰਕੇ ਮੈਨੂੰ ਥਾਣੇਦਾਰ ਨੇ ਕਿ ਤੰਗ ਕਰੀ ਜਾਂਦਾ ਹੈਗਾ, ਮੈਂ ਕਰਾਂ ਉਹ ਵਿਚਾਰਾ ਫਿਰ ਕੋਲ ਜਾਂਦਾ, ਐਮਐਲਏ ਕੋਲੇ, ਐਮਐਲਏ ਕੋਲ ਕਾਲ ਕਰਦਾ ਹੈਗਾ। Let me finish it up. I'm just coming to the minute. Give me one more minute. I'm going to finish up. I'm answering all those questions. The question is this: कि system ਜਿਹੜਾ ਹੈ ਨਾ, as ਵੇਲੇ politicians have become a system. ਇੱਥੇ system ਹੈ that ਸਾਡੀ company successful ਜਾਂਦੀ ਹੈ, we don't have to talk to any congressman here. The thing is this: if only I met your friend also, Ratan. I told Ratan, the other one too. I said, look, Punjab ਦੇ ਸਕੂਲ ਬਰਬਾਦ ਹੋ ਰਹੇ ਨੇ, why can't you set up a PTA? ਪਿੰਡਾਂ ਦੇ PTA ਬੰਦੇ ਪੇਰੈਂਟਸ ਜਾਣ ਪਤਾ ਕਰਨ। Then I met another secretary. I told them, look, why no? There was another secretary, was a deputy chief. Subir ਮੈਂ ਤੁਸੀਂ ਕਿ ਡਿਪਟੀ ਚੀਫ ਮਿਨਿਸਟਰ, ਤੁਸੀਂ ਇਹ ਕੰਮ ਕਰੋ ਤਾਂ ਨਿਕਲ ਜਾ ਕੇ ਕਿ ਇਹ ਲਾ ਪਾਸ ਕਰ ਦੇ ਵੀ ਕਿਸੇ ਕੋਲੇ ਕੋਈ ਵੀ ਐਪਲੀਕੇਸ਼ਨ 3 ਦਿਨ ਤੋਂ ਬਾਅਦ ਨਹੀਂ ਰੁਕੇਗੀ। He has to go up there. ਉਹ ਕਹਿੰਦਾ ਜੀ ਬੜੇ ਲੋਕ ਮਗਰ ਪੈ ਜਾਣਗੇ, ਕਰਨ ਜੀ। Here it is. All I'm telling you this thing, ਜਦੋਂ NRIs ਅਸੀਂ ਬੁਲਾਏ ਗਏ ਉੱਥੇ, ਇਕੱਠ ਕੀਤਾ ਸੁਖਬੀਰ ਨੇ, ਬਹੁਤ ਜ਼ਿਆਦਾ ਵੱਡਾ ਇਕੱਠ ਕੀਤਾ। ਕੀ ਹੋਇਆ ਕਿ ਉਹ ਇੱਕ ਬੰਦਾ ਖੜਾ ਹੋ ਗਿਆ, ਕਹਿੰਦਾ ਜੀ ਮੈਂ ਤੁਹਾਨੂੰ ਸਵਾਲ ਪੁੱਛਣਾ। ਕਹਿੰਦਾ ਜੀ ਮੇਰੇ ਕੋਲ ਇੱਥੇ ਗਿਆ ਸੀ, ਆਰਮ ਪਲਾਂਟ ਸੀ, ਬੁਰਾ ਹਾਲ ਸੀ ਮੇਰਾ, ਬੈਂਕ ਦੇ ਦਿਹਾੜੇ ਮੈਂ ਉੱਥੇ ਗਿਆ, ਅੱਡਾ ਲੈ ਕੇ ਬੜੀ ਹਾਰਡ ਵਰਕ ਕੀਤੀ, ਇਸ ਵੇਲੇ ਬਹੁਤ ਅਮੀਰ ਬਣ ਗਿਆ, ਨਸੀਬ ਬਣ ਗਿਆ, ਤੁਸੀਂ ਮੈਨੂੰ ਸੱਦ ਲਿਆ, ਇਨਵਾਈਟ ਕੀਤਾ। ਮੈਂ ਕਿਉਂ ਪਤਾ ਕਿਉਂ ਮੈਂ ਉੱਥੇ ਰਹਿ ਗਿਆ, ਕਿਉਂਕਿ ਉੱਥੇ ਸਿਸਟਮ ਹੈ ਕੋਈ। ਸੁਖਬੀਰ ਜੀ ਤੁਸੀਂ ਉਹ ਸਿਸਟਮ ਇੱਥੇ ਤਿਆਰ ਕਰੋ, ਮੈਂ ਅੱਜ ਆਉਣਾ। The thing is this, ਕਿ ਲੋਕ ਵੀ ਲਿਬੜ ਚੁੱਕੇ ਨੇ, ਇੰਨੇ ਲਿਬੜ ਚੁੱਕੇ, ਜਿਵੇਂ ਦਿਲਜੀਤ ਨੇ ਕਿਹਾ ਹੈਗਾ,
ਉਹ ਉਹਨਾਂ ਨੇ ਖੁਦ ਗਰਜੀ ਇੰਨੀ ਪੱਲੇ ਬੰਨੀ ਹੋਈ ਹੈ ਉਹਨਾਂ ਖਾਤਰ ਪੰਜਾਬ ਦਾ ਭਲਾ, ਐਥਿਕਸ, ਮੋਰੈਲਿਟੀ ਜਾਂ ਭਾਈਚਾਰਾ ਉਹ 5ਵੇਂ 6ਵੇਂ ਨੰਬਰ ਤੇ ਹੈ। ਪਹਿਲਾ ਨੰਬਰ ਤੇ ਉਹਨਾਂ ਦਾ ਮੇਰਾ ਕੰਮ ਮੁਲਕ ਸਿੱਧਾ ਹੁੰਦਾ ਹੈਗਾ। ਇਹ ਗਰਜ ਇੰਨੀ ਜ਼ਿਆਦਾ ਪ੍ਰੈਵਲੈਂਟ ਹੋ ਚੁੱਕੀ ਹੈਗੀ ਹੈ ਕਿ ਉਹ ਰੈਡੀ ਟੂ ਡੂ ਇਟ ਕੀ ਕਰਦੇ ਆ। ਇਸ ਕਰਕੇ ਤਾਣਾ ਪੇਟਾ ਬਹੁਤ ਜ਼ਿਆਦਾ ਉਲਝਿਆ ਹੋਇਆ ਹੈਗਾ। ਸੋ ਪਰਪਸ ਦੇ ਆਰ ਤੁਹਾਡੇ ਆਪਣੇ ਨੈਟਵਰਕ ਦੇ ਵਿੱਚ ਓਨੈਸਟ ਪੀਪਲ, ਕੁਆਲੀਫਾਈਡ ਪੀਪਲ, ਆਈ ਥਿੰਕ ਇਫ ਯੂ ਅਟੈਚ ਵਿਦ ਐਨਆਰਆਈਜ਼, ਹਜੇ ਵੀ ਤੁਹਾਨੂੰ ਬੜੇ ਕੁਆਲੀਫਾਈਡ ਗਰੁੱਪ ਬੈਠੇ ਆ ਜਿਹੜੇ ਕਿ ਤੁਹਾਨੂੰ ਕਮਿਊਨੀਕੇਟ ਕਰਕੇ ਹੈਲਪ ਕਰ ਸਕਦੇ ਨੇ। ਸੋ ਕੈਨ ਯੂ ਸੇ ਸਮਥਿੰਗ ਟੁਮਾਰੋ ਯੂ ਟੇਕ ਰਿਸਪੌਂਸਿਬਿਲਿਟੀ। ਬਿਲਕੁਲ ਗਰੇਵਾਲ ਸਰ, ਮੈਂ ਆਪਣੀ ਗੱਲ ਕਰ ਰਿਹਾ ਕਿ ਅਸੀਂ ਸ਼ੁਰੂਆਤ ਆਪਣੀ ਕਨਸਟੀਚੁਐਂਸੀ ਤੋਂ ਕੀਤੀ ਹੈ। ਅਸੀਂ ਜਦੋਂ 2017 ਦੀ ਇਲੈਕਸ਼ਨ ਲੜੀ ਹੈ, ਅਸੀਂ ਆਪਣੀ ਜਿਹੜਾ ਸਟੇਟ ਪਾਰਟੀਆਂ ਆਪਣੀ ਮੈਨੀਫੈਸਟੋਸ ਦਿੰਦੀਆਂ ਨੇ, ਦੈਟਸ ਡਿਫਰੈਂਟ ਪਾਰਟ, ਉਹ ਸਟੇਟ ਲੈਵਲ ਤੇ ਹੈ। ਅਸੀਂ ਆਪਣੀ ਕਨਸਟੀਚੁਐਂਸੀ ਦਾ ਪੰਜਾਬ ਚੋਂ ਪਹਿਲੇ ਐਮਐਲਏ ਸੀ ਮੇਰੇ ਫਾਦਰ ਸਾਹਿਬ, ਜਿਨ੍ਹਾਂ ਨੇ ਆਪਣੀ ਕਨਸਟੀਚੁਐਂਸੀ ਦਾ ਇੱਕ ਮੈਨੀਫੈਸਟੋ ਦਿੱਤਾ ਕਿ ਜੇ ਮੇਰੀ ਗਵਰਨਮੈਂਟ ਆਂਦੀ ਤਾਂ ਮੈਂ ਇਹ ਕੰਮ ਕਰਾਂਗਾ। ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ, ਜਦੋਂ ਅਸੀਂ ਦੁਬਾਰਾ 2022 ਚ ਜਾਵਾਂਗੇ, ਅਸੀਂ ਆਪਣੀ ਮੈਨੀਫੈਸਟੋ ਨਾਲ ਜਾਵਾਂਗੇ ਕਿ ਅਸੀਂ ਉਸ ਮੈਨੀਫੈਸਟੋ ਚ ਕੀ ਵਾਅਦਾ ਕੀਤਾ ਸੀ ਔਰ ਉਹਨੂੰ ਕੀ ਕੰਪਲੀਟ ਕਰ ਰਹੇ ਹਾਂ, ਔਰ ਕਿੰਨੇ ਕੰਪਲੀਟ ਕੀਤੇ, ਕਿੰਨੇ ਪੈਂਡਿੰਗ, ਕਿੰਨੇ ਪਾਈਪਲਾਈਨ ਚ ਨੇ। ਅਸੀਂ ਆਪਣਾ ਰਿਪੋਰਟ ਕਾਰਡ 5 ਸਾਲ ਦਾ ਲੈ ਕੇ ਜਾਵਾਂਗੇ। ਸੈਕਿੰਡ, ਸਾਡੀ ਕਨਸਟੀਚੁਐਂਸੀ ਚ ਡੀਲਿਮਿਟੇਸ਼ਨ ਤੋਂ ਬਾਅਦ ਕੁਝ ਏਰੀਆ ਇਦਾਂ ਦਾ ਆਇਆ ਸੀ ਜਿਹੜਾ ਕਿ ਜਿੱਥੇ ਹੈਲਥ ਫੈਸਿਲਿਟੀਆਂ ਨਹੀਂ ਸੀ। ਅਸੀਂ ਆਪਣੀ ਫੈਮਿਲੀ ਵੱਲੋਂ ਇੱਕ ਮੋਬਾਈਲ ਹਸਪੀਟਲ, ਆਲ ਓਵਰ ਇੰਡੀਆ ਚ ਫਰਸਟ ਮੋਬਾਈਲ ਹਸਪੀਟਲ ਹੈ ਰਨਿੰਗ ਔਨ ਦ ਵੀਲ, ਜਿਹੜਾ ਕਿ ਪਿੰਡ ਜਾ ਕੇ ਫ੍ਰੀ ਮੋਬਾਈਲ ਮੈਡੀਕਲ ਸਰਵਿਸਿਜ਼ ਨੂੰ ਦੇ ਰਿਹਾ ਪੂਰੀ ਹਰ ਤਰ੍ਹਾਂ ਦਾ। ਉਹਦੇ ਚ ECG ਵੀ ਹੈ, ਐਕਸ-ਰੇ ਵੀ ਹੈ, ਡੈਂਟਲ ਵੀ ਹੈ, ਬਲੱਡ ਟੈਸਟ ਵੀ ਹੈ, ਆਈਜ਼ ਟੈਸਟ ਵੀ ਹੈ, ਜਨਰਲ ਫਿਜ਼ੀਸ਼ੀਅਨ ਵੀ ਹੈ ਔਰ ਫਾਰਮੇਸੀ ਵੀ ਹੈ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਮੈਨੂੰ ਲੱਗਦਾ ਅਸੀਂ ਅੱਜ ਅਸੀਂ ਕੀਤੀ ਹੈ, ਕੱਲ ਕੋਈ ਹੋਰ ਕਰੇਗਾ। ਇਦਾਂ ਇੱਕ ਚੇਨ ਵਰਕ ਬਣੇਗਾ ਔਰ ਮੈਂ ਬੜਾ ਪੋਜ਼ਿਟਿਵ ਹਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਜਦੋਂ ਇੱਕ ਚੀਜ਼ ਪੋਜ਼ਿਟਿਵ ਹੁੰਦੀ ਹੈ ਉਹਦੀ ਮਲਟੀਪਲੀਕੇਸ਼ਨ ਬਹੁਤ ਵੱਡੀਆਂ ਹੁੰਦੀਆਂ ਨੇ, ਉਹਦੇ ਰਿਜ਼ਲਟਸ ਬੜੇ ਅੱਛੇ ਆਉਂਦੇ। 5 ਸਾਲ ਬਾਅਦ ਅਸੀਂ ਆਪਣੀ ਮੈਨੀਫੈਸਟੋ ਨਾਲ ਦੁਆਰਾ ਲੋਕਾਂ 'ਚ ਜਾਣਾ। 2017 ਚ ਵੀ ਕਿਹਾ ਸੀ ਕਿ ਇਹ ਆਪਣਾ ਮੈਨੀਫੈਸਟੋ ਲੈ ਕੇ ਆਏ ਆ ਔਰ ਇਹਦੇ ਕੰਮ ਕਰਕੇ ਆਪਣੀ ਕਨਸਟੀਚੁਐਂਸੀਜ਼ ਦੀਆਂ ਜਿਹੜੀਆਂ ਪ੍ਰੋਬਲਮਸ ਇਹਨੂੰ ਕਿੰਨਾ ਐਡਰੈਸ ਕੀਤਾ ਲੋਕਾਂ 'ਚ ਲੈ ਕੇ ਜਾਵਾਂਗੇ। ਸ਼ਾਇਦ ਅਸੀਂ ਅੱਜ ਕੀਤਾ, ਕੱਲ ਅਗਲੀ ਇਲੈਕਸ਼ਨ 'ਚ 5-7 MLAs ਹੋਰ ਇਦਾਂ ਦਾ ਇਨੀਸ਼ੀਏਟਿਵ ਕਰਨ ਔਰ ਇਹ ਹੋ ਸਕਦਾ ਅੱਗੇ ਜਾ ਕੇ ਇਹ ਇੱਕ ਚੇਨ ਵਰਕ ਬਣ ਜਾਏ। ਦਲਜੀਤ ਭਾਜੀ, ਜੇ ਹੁਣ ਤੁਸੀਂ ਨਾ ਹੁਣ ਪੰਜਾਬ ਦੇ ਵਿੱਚ ਬੜੀ ਜਾਗਰਤੀ ਆ ਚੁੱਕੀ ਹੈ। ਕਿਸਮ ਦੀ ਪਬਲਿਕ ਜਿਹੜੀ ਆ, ਦੇ ਆਰ ਦੀ ਮੇਨ ਕੰਸਟੀਟਿਊਟ ਆਫ ਡੈਮੋਕ੍ਰੇਸੀ, ਜੇ ਉਹ ਇਸ ਵੇਲੇ ਸਟੇਟ ਤੇ ਆ ਗਏ ਆ। ਜੇ ਪੰਜਾਬ ਨੂੰ ਬਚਾਉਣਾ ਤੇ ਇੱਕ ਟਾਈਮ ਇਹ ਹੋਣਾ ਵੀ ਪੋਲੀਟੀਕਲ ਐਫੀਲੀਏਸ਼ਨ ਪਾਰਟੀਆਂ ਦੀਆਂ ਭੁੱਲ ਕੇ ਜਿਨ੍ਹਾਂ ਬੰਦਿਆਂ 'ਚ ਵੀ ਪੋਲੀਟੀਕਲ ਨੌਲੇਜ ਹੈਗੀ ਆ, ਉਹਨਾਂ ਬੰਦਿਆਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਪੰਜਾਬ ਨੂੰ ਪ੍ਰੋਟੈਕਟ ਕਰਨ ਲਈ ਇੱਕ ਸਾਂਝਾ ਐਫਰਟ ਜਿਹੜਾ ਬਣਾਉਣਾ ਚਾਹੀਦਾ। Forget about who belongs to what party. ਉਹ ਜਿਹੜਾ that will be the real welfare of ਪੰਜਾਬ, ਸਾਡੀ ਤੁਹਾਡੇ ਸਾਰਿਆਂ ਦੀ। ਇੱਕ ਤੁਸੀਂ ਇਹੋ ਹੀ ਚੀਜ਼ ਕਿਸੇ ਤਰ੍ਹਾਂ ਮੇਰੇ ਵੀਰ ਬਣ ਕੇ ਲੈ ਆਓ। ਜੇ ਥਾਣਿਆਂ ਦੇ ਵਿੱਚ ਲੋਕਾਂ ਦੀ ਕੁੱਟ ਬੰਦ ਕਰ ਦਿਓ ਨਾ, ਤੇ ਸਾਰਾ ਜਿਹੜਾ ਤੁਹਾਡਾ 80% ਆਫ ਦਾ ਸੋਸ਼ਲ ਸਿਸਟਮ ਹੈ ਠੀਕ ਹੋ ਜਾਊਗਾ। Go with the region। ਲੋਕੀ ਕਿਉਂ ਜੁੜੇ ਹੋਏ ਆ ਪੋਲੀਟੀਕਲ ਲੀਡਰਾਂ ਦੇ ਨਾਲ ਕਿ ਥਾਣੇ ਵਿੱਚ ਚਲੇ ਜਾਂਦੇ, ਉੱਥੇ ਦੱਬ ਕੇ ਕੁਟਾਈ ਹੁੰਦੀ ਉਹਨਾਂ ਦੀ। ਜਦ ਤੱਕ ਕੋਈ ਲੀਡਰ ਛਡਾਉਣ ਨਹੀਂ ਜਾਂਦਾ ਉਹਨਾਂ ਨੂੰ, ਤੇ ਦੈਨ ਉਹਨਾਂ ਟਾਈਮ ਉਹਨੂੰ ਛੱਡਦੇ ਨਹੀਂ। ਪਰ ਜੇ ਤੁਸੀਂ ਉਹ ਬੰਦ ਹੋ ਜਾਵੇ ਭਾਜੀ, ਇੱਕ ਮਿੰਟ, ਜੇ ਉਹ ਬੰਦ ਹੋ ਜਾਵੇ ਤਾਂ ਉਹ ਲੋਕੀ ਆਪਦਾ ਉਸ ਚੀਜ਼ ਤੋਂ ਉੱਪਰ ਉੱਠ ਕੇ ਸੋਚਣ, ਫਿਰ ਉਹ ਇਕਨੋਮਿਕ ਇਸ਼ੂ ਤੇ ਸੋਚ ਕੇ ਵੋਟ ਦੇਣਗੇ। ਨਹੀਂ ਤਾਂ ਉਹ ਇਹੀ ਸੋਚਦੇ ਇੱਕ ਪਿੰਡ ਵਾਲੇ ਬੰਦੇ ਨੂੰ, ਇੱਕ ਪਿੰਡ ਵਾਲੇ ਬੰਦੇ ਨੂੰ ਸਭ ਤੋਂ ਵੱਡਾ ਲੀਡਰ ਉਹਦਾ ਕੌਣ ਆ ਜਿਹੜਾ ਉਹਨੂੰ ਥਾਣੇ ਚੋਂ ਛੁਡਾ ਕੇ ਲਿਆਉਂਦਾ। ਸਰ ਮੈਂ ਬੜਾ ਬਰੀਫਲੀ ਜਵਾਬ ਦੇ ਦੇਣਾ ਇਸ ਗੱਲ ਦਾ। ਇਹ ਵੀ ਪਰਸੈਪਸ਼ਨ ਇੱਕ ਬਹੁਤ ਵੱਡੀ ਕ੍ਰੀਏਟ ਕੀਤੀ ਗਈ ਕਿ ਜਿਹਨੂੰ ਮਰਜ਼ੀ ਥਾਣੇ ਚੁੱਕ ਕੇ ਕਟਵਾ ਦਿੰਦਾ ਲੀਡਰ। ਬਹੁਤ ਗਲਤ ਪਰਸੈਪਸ਼ਨ ਹੈ ਪੰਜਾਬ ਨੂੰ ਲੈ ਕੇ। ਇਸ ਗੱਲ ਨੂੰ ਲੈ ਕੇ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ। ਪੰਜਾਬ ਦੇ ਲੋਕ ਬਹੁਤ ਜਾਗਰੂਕ ਨੇ। ਹਾਈ ਕੋਰਟ ਦੀ ਅਵੇਲੇਬਿਲਿਟੀ ਹਰ ਕਿਸੇ ਬੰਦੇ ਕੋਲ ਹੈ। ਇਹ ਬਹੁਤ ਗਲਤ ਪਰਸੈਪਸ਼ਨ ਹੈ, ਇਹਨੂੰ ਆਪਾਂ ਨਾ ਮੈਂ ਤੁਹਾਨੂੰ ਬਿਲਕੁਲ ਮੈਂ ਇਸ ਚੀਜ਼ ਨਾਲ ਐਗਰੀ ਨਹੀਂ ਆ। ਮੈਂ ਨਹੀਂ, ਆਈ ਐਮ ਸੌਰੀ ਕਿਸੇ ਨੇ ਕੋਈ ਕ੍ਰਾਈਮ ਦਲਜੀਤ ਜੀ, I agree with ਸਮਰਾ ਸਾਹਿਬ। ਇਹ ਤੁਸੀਂ ਨਾ ਗਲਤ ਸਪਰੈਸ਼ਨ ਨਹੀਂ, ਸਮਰਾ ਸਾਹਿਬ ਦੀ ਪਰਸੈਪਸ਼ਨ 100% ਠੀਕ ਹੈਗੀ ਹੈ। ਸਾਡੇ ਹੱਡਾਂ 'ਚ ਵਰਤ ਗਈਆਂ ਨੇ, ਸਾਡੇ ਪਿੰਡਾਂ 'ਚੋਂ ਆਏ ਆ, ਸਾਨੂੰ ਸਰ ਪਹਿਲਾਂ ਦੀ ਗੱਲ ਤੇ ਅੱਜ ਦੀ ਸਰ ਬਰਾੜ ਸਾਹਿਬ, ਅੱਜ ਤੋਂ 20 ਸਾਲ ਔਰ ਅੱਜ ਦੀ ਗੱਲ 'ਚ ਬਹੁਤ ਜ਼ਿਆਦਾ ਡਿਫਰੈਂਸ ਹੈ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਡਾਕਟਰ ਸਾਹਿਬ, ਜੋ ਪਹਿਲਾਂ ਹੋਇਆ ਬਦਲ ਗਿਆ ਹੋਵੇ। ਮੈਂ ਪਹਿਲਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਆਪਣੀ ਅੱਜ ਦੇ ਟਾਈਮ ਦੀ ਗੱਲ ਕਰ ਰਿਹਾ। ਅੱਜ ਦਾ ਡਿਫਰੈਂਸ ਬਹੁਤ ਜ਼ਿਆਦਾ ਜੀ। ਪੁਰਾਣੀ ਗੱਲ ਮੈਨੂੰ ਉਸ ਬਾਰੇ ਮੈਂ ਕੋਈ ਕਹਿ ਨਹੀਂ ਸਕਦਾ। ਦਲਜੀਤ ਜੀ, ਮੈਨੂੰ ਡਾਕਟਰ ਸਾਹਿਬ ਸਾਡੇ ਤੇ ਕੋਈ ਹਰਭਜਨ ਸਮਰਾ,
ਦਲਜੀਤ ਸਿੰਘ ਜੋ ਗੱਲ ਕਰ ਰਹੇ ਆ ਨਾ, ਇਹ 2-4 ਸਾਲ ਤੋਂ ਬਹੁਤ ਵੱਡੀ ਚੇਂਜ ਆਈ ਹੋਈ ਹੈ। ਹਾਂ, ਵੈਰੀ ਜੀ, ਮਚ ਹਰਭਜਨ, ਥੈਂਕ ਯੂ ਫॉर ਵੈਚ ਤੁਹਾਡਾ ਵੀ। ਦਲਜੀਤ ਜੀ, ਆਈ ਥਿੰਕ ਵੀ ਕੈਨ ਵਰਕ ਟੂਗੇਦਰ। Definitely, sir, definitely. NRI ਲੱਭਦੇ ਫਿਰਦੇ ਨੇ ਹੁਣ ਇਮਾਨਦਾਰ ਬੰਦਿਆਂ ਨੂੰ, ਆਮ ਟੈਲਿੰਗ ਯੂ। ਥੈਂਕ ਯੂ sir, thank you ਜੀ, 3 years my pleasure। ਦਲਜੀਤ ਭਾਜੀ, ਸਾਡੀ ਸਪੋਰਟ ਦੀ ਲੋੜ ਹਾਂਜੀ। ਹੋਵੇ ਤਾਂ ਹਮੇਸ਼ਾ ਯਾਦ ਕਰਿਓ ਚੰਗੇ ਬੰਦਿਆਂ ਲਈ। ਸਰ ਹਮੇਸ਼ਾ ਕਦੇ ਬਾਹਰ ਬੈਠੇ। ਹਮੇਸ਼ਾ ਲੋੜ ਹੈ ਸਰ ਤੁਹਾਨੂੰ, ਤੁਹਾਡੀ God ਹਮੇਸ਼ਾ ਹੀ bless ਲੋੜ ਹੈ ਪੰਜਾਬ ਨੂੰ। God bless, thank Thank you, you thank you, thank you। ਤੁਹਾਡਾ ਕਾਫੀ ਲੁਤਫ ਟਾਈਮ ਆ। ਮਾਫ ਜੀ, ਸਤਿ ਸ਼੍ਰੀ ਅਕਾਲ। God bless ਨਹੀਂ, ਸਤਿ ਸ਼੍ਰੀ ਅਕਾਲ ਸਰ। ਓਕੇ ਸਰ।